ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ। ਇਸ ਵੇਲੇ 2:36 ਹੋ ਗਏ ਨੇ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਅਮਰਜੋਤ ਸੰਧੂ ਹੋਰੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਪਰ ਜੁੜੇ ਨੇ, ਜਿਹੜੇ ਕਿ MPP ਨੇ ਬਰੈਂਪਟਨ ਵੈਸਟ ਤੋਂ ਅਤੇ ਪਾਰਲੀਮੈਂਟਰੀ ਅਸਿਸਟੈਂਸ ਟੂ ਮਿਨਿਸਟਰ ਆਫ ਇਨਫਰਾਸਟਰਕਚਰ। ਉਹਨਾਂ ਦੇ ਨਾਲ ਅਸੀਂ ਇੱਕ ਖਾਸ ਗੱਲਬਾਤ ਕਰਨੀ ਹੈ। ਸੋ ਅਮਰਜੋਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ, ਅਤੇ ਤੁਹਾਡੇ ਪ੍ਰੋਗਰਾਮ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ। ਅਤੇ ਅਮਰਜੋਤ ਜੀ, ਆਪਣੀ ਅੱਜ ਵੀ ਇੱਕ ਖਾਸ ਅਨਾਊਂਸਮੈਂਟ ਦੇ ਲਈ ਤੁਹਾਨੂੰ ਖੇਚਲ ਦਿੱਤੀ ਹੈ। ਸੋ ਅਫਕੋਰਸ ਜਿੱਥੇ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ, ਬਰੈਂਪਟਨ ਦੇ ਵਿੱਚ ਮੈਡੀਕਲ ਕਾਲਜ ਨੂੰ ਲੈ ਕੇ ਕਾਫੀ ਐਕਸਾਈਟਮੈਂਟ ਸੀ। ਉਸ ਤੋਂ ਬਾਅਦ ਅੱਜ ਵੀ ਕੁਛ ਇੱਕ ਅਨਾਊਂਸਮੈਂਟਸ ਹੋਈਆਂ ਨੇ ਔਰ ਤੁਹਾਡੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਸੀ, ਜਿਹੜਾ ਜ਼ਰੂਰ ਮੈਂ ਚਾਹਾਂਗਾ ਥੋੜ੍ਹਾ ਜਿਹਾ ਦੱਸੋ ਕੀ ਐਫਰਟ ਸੀ ਤੁਹਾਡਾ ਔਰ ਉਹਦੇ ਨਾਲ ਸੰਬੰਧਿਤ ਕੀ ਅਪਡੇਟ ਦੇਣਾ ਚਾਹੁੰਦੇ ਹੋ। ਹਾਂਜੀ ਹਰਜਿੰਦਰ ਭਾਜੀ, ਇਹਦੇ ਲਈ ਕਾਫੀ ਆਪਾਂ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਰੇਡੀਓ 'ਤੇ ਆਪਾਂ ਕਈ ਵਾਰੀ ਗੱਲ ਕੀਤੀ ਹੈ ਜੀ। ਏਅਰ ਬ੍ਰੇਕ ਰਿਨਿਊਅਲ ਟੈਸਟ ਜਿਹੜਾ ਹੁੰਦਾ ਜੀ, ਉਹ ਹਰ 5 ਸਾਲ ਬਾਅਦ ਜਿਹੜੇ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਭੈਣ ਭਰਾ ਹੈਗੇ, ਉਹਨਾਂ ਨੂੰ ਪਤਾ ਕਿ ਹਰ 5 ਸਾਲ ਦੇ ਬਾਅਦ ਤੁਹਾਨੂੰ ਰਿਨਿਊਅਲ ਟੈਸਟ ਜਿਹੜਾ ਜੀ ਉਹ ਦੇਣਾ ਪੈਂਦਾ ਵਾ। ਸੋ ਉਹਨੂੰ ਐਲੀਮੀਨੇਟ ਕਰਨ ਦੇ ਲਈ ਮੈਂ ਜਿਹੜਾ 2019 ਦੇ ਵਿੱਚ ਜੀ ਪ੍ਰਾਈਵੇਟ ਮੈਂਬਰਸ ਬਿੱਲ ਲੈ ਕੇ ਆਉਂਦਾ ਸੀ। ਜਿਹੜਾ ਬਿੱਲ ਕਹਿ ਲਓ ਕਿ 2019 ਤੋਂ ਬਾਅਦ ਉਹ ਸੈਕਿੰਡ ਰੀਡਿੰਗ ਬਿੱਲ ਪਾਸ ਕਰ ਗਿਆ ਸੀ। ਉਸ ਤੋਂ ਬਾਅਦ ਕੋਵਿਡ ਚੱਲਦਾ ਰਿਹਾ 2-3 ਸਾਲ ਦੀ। ਸੋ ਇਲੈਕਸ਼ਨ ਆ ਗਈ, ਉਸ ਤੋਂ ਬਾਅਦ ਬਿੱਲ ਥੋੜਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਸੀ। ਸੋ ਹੁਣ ਦੁਬਾਰਾ ਇਲੈਕਟ ਹੋਣ ਤੋਂ ਬਾਅਦ ਜੀ ਮੇਰੀ ਲਗਾਤਾਰ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਇਹ ਬਿੱਲ ਕਿੰਨਾ ਇੰਪੋਰਟੈਂਟ ਹੈਗਾ ਸਾਡੀ ਟਰੱਕਿੰਗ ਇੰਡਸਟਰੀ ਦੇ ਲਈ। ਸੋ ਮਿਨਿਸਟਰ ਵੱਲੋਂ ਕਾਫੀ ਪੋਜ਼ੀਟਿਵ ਜਿਹੜੀ ਫੀਡਬੈਕ ਮੈਨੂੰ ਮਿਲ ਰਹੀ ਸੀ ਮਿਨਿਸਟਰੀ ਵੱਲੋਂ। ਤੇ ਹੁਣ ਜਿਹੜਾ ਜੀ ਮਿਨਿਸਟਰੀ ਨੇ ਇਹਦੇ ਬਾਰੇ ਕੌਮੈਂਟ ਲੈਣ ਦੇ ਲਈ ਲੋਕਾਂ ਕੋਲੋਂ, ਲੋਕਾਂ ਦੇ ਰਿਵਿਊਜ਼ ਲੈਣ ਦੇ ਲਈ, ਇਹ ਜਿਹੜਾ ਇਹਨੂੰ ਆਨਲਾਈਨ ਰਜਿਸਟਰੀ ਜਿਹੜੀ ਹੁੰਦੀ ਹੈ ਜੀ, ਜਦੋਂ ਕੋਈ ਵੀ ਤੁਸੀਂ ਰੈਗੂਲੇਟਰੀ ਚੇਂਜ ਕਰਦੇ ਆ ਉਹ ਤੁਹਾਨੂੰ ਆਨਲਾਈਨ ਜਿਹੜੀ ਰਜਿਸਟਰੀ ਕਰਨੀ ਪੈਂਦੀ ਹੈ ਜੀ। 45 ਦਿਨ ਲਈ ਹੁੰਦੀ ਹੈ। ਉਹਦੇ ਉੱਤੇ ਲੋਕਾਂ ਦੇ ਕੌਮੈਂਟਸ ਤੇ ਲੋਕਾਂ ਦੇ ਰਿਵਿਊਜ਼ ਫੀਡਬੈਕ ਲਈ ਜਾਂਦੀ ਆ ਕਿ ਤੁਹਾਡੇ ਕੀ ਵਿਚਾਰ ਹੈਗੇ ਆ, ਕਿ ਜੇ ਤੁਸੀਂ ਚਾਹੁੰਦੇ ਆ ਜੀ ਇਹ ਬਿੱਲ ਜਿਹੜਾ ਟੈਸਟ ਆ ਉਹਨੂੰ ਐਲੀਮੀਨੇਟ ਕਰਨਾ ਚਾਹੀਦਾ ਵਾ, ਜਾਂ ਜੋ ਹੋਰ ਵੀ ਤੁਹਾਡੇ ਕੋਈ ਵਿਚਾਰ ਹੈਗੇ ਆ, ਤੁਸੀਂ ਉਹਦੇ ਉੱਤੇ ਆਪਣੇ ਵਿਚਾਰ ਜਿਹੜੇ ਆ ਜੀ ਪੇਸ਼ ਕਰ ਸਕਦੇ ਆ। ਸੋ ਇਹ ਮਿਨਿਸਟਰੀ ਨੇ ਜਿਹੜੀ ਆ ਜੀ ਕੱਲ੍ਹ ਰਜਿਸਟਰੀ ਜਿਹੜੀ ਸ਼ੁਰੂ ਕੀਤੀ ਆ। ਸੋ ਲੋਕਾਂ ਨੂੰ ਆਪਾਂ ਅਪੀਲ ਕਰ ਰਹੇ ਆ ਤੁਹਾਡੇ ਪ੍ਰੋਗਰਾਮ ਰਾਹੀਂ ਵੀ ਕਿ ਸਾਰੇ ਤੁਸੀਂ ਪਲੀਜ਼ ਇਹ ਤੋਂ ਵੱਧ ਪਾਰਟੀਸਪੇਟ ਕਰੋ, ਕਿਉਂਕਿ ਆਪਾਂ ਜੇ ਇਹਦੇ ਉੱਤੇ ਤੁਸੀਂ ਕੌਮੈਂਟ ਪਾਉਂਦੇ ਆ ਜੀ ਤਾਂ ਹੀ ਜਿਹੜਾ ਮਿਨਿਸਟਰੀ ਨੇ ਇਹਨੂੰ ਰਿਵਿਊ ਕਰਕੇ ਫਿਰ ਇਟ ਵਿਲ ਹੈਲਪ ਮਿਨਿਸਟਰੀ ਟੂ ਮੇਕ ਇਨਫੋਰਮ ਡਿਸੀਜਨ ਕਿ ਆਪਾਂ ਜਿਹੜਾ ਡਿਸੀਜਨ ਆ ਲੋਕਾਂ ਦੇ ਹਿੱਤ ਦੇ ਵਿੱਚ ਲੈ ਸਕੀਏ। ਸੋ ਸਾਰਿਆਂ ਦੇ ਕੌਮੈਂਟਸ ਦੀ ਲੋੜ ਹੈਗੀ ਆ ਜੀ। ਤੁਸੀਂ ਇਹਦੇ ਵਿੱਚ ਲਿਖੋ ਜੇ ਤੁਹਾਨੂੰ ਲੱਗਦਾ ਕਿ ਐਲੀਮੀਨੇਟ ਕਰਨਾ ਚਾਹੀਦਾ ਵਾ ਬਿੱਲ, ਆਪਣਾ ਜਿਹੜਾ ਟੈਸਟ ਹੈ ਉਹਨੂੰ ਐਲੀਮੀਨੇਟ ਕਰੋ। ਜੇ ਹੋਰ ਵੀ ਤੁਹਾਡੇ ਕੋਲ ਵਿਚਾਰ ਹੈਗੇ ਤੁਸੀਂ ਉਹਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਆ। ਇਹਦੇ ਵਿੱਚ ਹਰਜਿੰਦਰ ਭਾਜੀ 2 ਚੀਜ਼ਾਂ ਜਿਹੜੀਆਂ ਜੀ ਮਿਨਿਸਟਰੀ ਪਹਿਲਾਂ ਤਾਂ ਟੈਸਟ ਆਪਾਂ ਐਲੀਮੀਨੇਟ ਕਰਨ ਦੀ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਜਿਹੜੀ ਇਹਦੇ ਵਿੱਚ 2 ਫੇਸਾਂ ਦੇ ਵਿੱਚ ਜਿਹੜੀ ਮਿਨਿਸਟਰੀ ਵੱਲੋਂ ਅਪਰੋਚ ਲਈ ਜਾਊਗੀ। ਜਿਹੜਾ ਪਹਿਲਾ ਫੇਸ ਹੋਊਗਾ ਜੀ, ਜਦੋਂ ਜੇ ਆਪਾਂ ਲੋਕਾਂ ਦੇ ਰਿਵਿਊ ਸਾਰੇ ਵਧੀਆ ਆਉਂਦੇ ਆ ਅਤੇ ਮਿਨਿਸਟਰੀ ਨੂੰ ਲੱਗਦਾ ਜੀ ਰਿਵਿਊ ਸਾਰੇ ਹੱਕ ਦੇ ਵਿੱਚ ਆ ਰਹੇ ਆ। ਸੋ ਪਹਿਲਾ ਜਿਹੜਾ ਅਪਰੋਚ ਇਹਦੇ ਵਿੱਚ ਹੋਊਗੀ ਜੀ, ਆਪਣਾ ਜਿੰਨੀ ਦੇਰ ਤੱਕ ਆਪਾਂ ਸਿਸਟਮ ਸੈਟਅਪ ਨਹੀਂ ਕਰਦੇ ਕਿ ਇੱਕ ਜਿਹੜਾ ਟੈਸਟ ਆ ਜੀ ਉਹਨੂੰ ਬੰਦ ਕਰਕੇ ਇੱਕ ਲਰਨਿੰਗ ਮੋਡਿਊਲ ਜਿਹੜਾ ਉਹਨੂੰ ਆਪਾਂ ਤਿਆਰ ਕਰ ਰਹੇ ਹਾਂ ਕਿ ਲੋਕਾਂ ਨੂੰ ਟੈਸਟ ਨਾ ਦੇਣਾ ਪਵੇ, ਪਾਸ ਫੇਲ ਦਾ ਕੋਈ ਮਤਲਬ ਨਾ ਹੋਵੇ। ਇੱਕ ਲਰਨਿੰਗ ਮੋਡਿਊਲ ਤੁਸੀਂ ਜਿਹੜੀਆਂ DCP ਆਰਗੇਨਾਈਜੇਸ਼ਨਸ ਹੁੰਦੀਆਂ, ਜਿਹੜੇ ਸੈਂਟਰ ਹੁੰਦੇ ਆ, ਤੁਸੀਂ ਉਹਦੇ ਵਿੱਚ ਜਾ ਕੇ ਉੱਥੇ ਤੁਸੀਂ ਲਰਨਿੰਗ ਮੋਡਿਊਲ ਜਿਹੜਾ ਹੈਗਾ ਆਨਲਾਈਨ ਬੈਠ ਕੇ ਜਿੰਨੀ ਦੇਰ ਦਾ ਵੀ ਗਵਰਨਮੈਂਟ ਡਿਸਾਈਡ ਕਰੂਗੀ ਉਹ ਤੁਸੀਂ ਆਪਣਾ ਲਰਨਿੰਗ ਮੋਡਿਊਲ ਕੰਪਲੀਟ ਕਰਕੇ ਤੇ ਤੁਹਾਨੂੰ ਇੱਕ ਸਿਸਟਮ ਦੇ ਵਿੱਚ ਉਹ ਅਪਡੇਟ ਕਰ ਦੇਣਗੇ MTO ਦੇ ਵਿੱਚ ਕਿ ਤੁਹਾਡਾ ਜੀ ਲਰਨਿੰਗ ਮੋਡਿਊਲ ਕੰਪਲੀਟ ਹੋ ਗਿਆ। ਫਿਰ ਤੁਸੀਂ ਜਿਹੜਾ ਡਰਾਈਵ ਟੈਸਟ ਸੈਂਟਰ ਹੈਗਾ ਉੱਥੇ ਜਾ ਕੇ ਆਪਣਾ ਲਾਇਸੈਂਸ ਜਿਹੜੀ ਫੀ ਪੇ ਕਰਕੇ ਰਿਨਿਊ ਕਰਾ ਸਕਦੇ ਆ। ਜਿਹੜਾ ਅਲਟੀਮੇਟਲੀ ਜਿਹੜਾ ਸਾਡਾ ਗੋਲ ਹੋਊਗਾ ਜੀ ਉਹ ਇਹ ਆ ਕਿ ਟੈਸਟ ਤੇ ਨਹੀਂ ਹੋਊਗਾ ਤੁਹਾਡਾ, ਕੋਈ ਵੀ ਟੈਸਟ ਨਹੀਂ ਹੋਣਾ ਤੁਹਾਡਾ, ਬਟ ਫਿਰ ਵੀ ਜਿਹੜਾ ਲਰਨਿੰਗ ਮੋਡਿਊਲ ਹੈਗਾ ਜੀ ਇਹਨੂੰ ਤੁਹਾਨੂੰ ਆਪਾਂ ਇੱਕ ਲਿੰਕ ਸੈਟਅਪ ਕਰਾਂਗੇ, ਕੋਈ ਐਪ ਇੱਦਾਂ ਦੀ ਬਣੂਗੀ। ਸੋ ਉਹਦੇ ਉੱਪਰ ਮਿਨਿਸਟਰੀ ਕੰਮ ਕਰੂਗੀ। ਉਹਨੂੰ ਲੱਗ ਸਕਦਾ ਕਿ ਹੋ ਸਕਦਾ ਜੀ 4-5 ਮੰਥ ਲੱਗ ਸਕਦੇ ਆ। ਸੋ ਉਹ ਜਿਹੜਾ ਅਲਟੀਮੇਟ ਹੋਊਗਾ ਜੀ ਤੁਹਾਡਾ ਡਿਸੀਜਨ, ਜਿਹੜਾ ਕਿ ਜੇ ਤੁਸੀਂ ਆਪਣੇ ਘਰ ਬੈਠੇ ਆ ਆਪਣੇ ਕੰਪਿਊਟਰ ਤੇ ਬੈਠ ਕੇ ਲੌਗਇਨ ਆਪਣੇ ਫੋਨ ਤੇ, ਜੇ ਤੁਸੀਂ ਟਰੱਕ ਦੇ ਵਿੱਚ ਵੀ ਬੈਠੇ ਆ, ਜਦੋਂ ਤੁਹਾਡੇ ਕੋਲ ਲੱਗਦਾ ਕਿ ਫ੍ਰੀ ਟਾਈਮ ਹੈਗਾ, ਤੁਸੀਂ ਆਪਣੇ ਆਨਲਾਈਨ ਬੈਠ ਕੇ ਉਹਨੂੰ ਲੌਗਇਨ ਕਰਕੇ ਜਿਹੜਾ ਜੋ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨਾਲ ਲਿੰਕ ਜਿਹੜਾ ਐਸੋਸੀਏਟ ਹੋਊਗਾ, ਤੁਸੀਂ ਉੱਥੇ ਬੈਠ ਕੇ ਆਪਣਾ ਲਰਨਿੰਗ ਮੋਡਿਊਲ ਕੰਪਲੀਟ ਕਰਕੇ ਤੇ ਤੁਸੀਂ ਇੱਕ ਰਸੀਦ ਪ੍ਰਿੰਟ ਕਰ ਸਕਦੇ ਆ ਕਿ ਮੈਂ ਜਿਹੜਾ ਲਰਨਿੰਗ ਮੋਡਿਊਲ ਜਿਹੜਾ ਜੀ ਕੰਪਲੀਟ ਕਰ ਲਿਆ ਵਾ। ਉਹ ਤੁਸੀਂ ਕਰਕੇ ਫਿਰ ਡਰਾਈਵ ਟੈਸਟ ਸੈਂਟਰ ਜਾ ਕੇ ਤੁਸੀਂ ਆਪਣਾ ਜਿਹੜਾ ਲਾਇਸੈਂਸ ਆ ਰਿਨਿਊ ਕਰ ਸਕਦੇ ਆ। ਸੇਮ ਲਾਈਕ ਜਿੱਦਾਂ ਹਰਜਿੰਦਰ ਭਾਜੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਹੁੰਦਾ ਵਾ, ਇੰਸ਼ੋਰੈਂਸ ਦੇ ਵਿੱਚ, ਮੌਰਗੇਜ ਦੇ ਵਿੱਚ ਇੱਕ ਰਿਫਰੈਸ਼ਰ ਕੋਰਸ ਜਿਹੜਾ, ਕਿਉਂਕਿ ਕਈ ਵਾਰ ਲੋਕਾਂ ਵੱਲੋਂ ਪਹਿਲਾਂ ਵੀ ਕੰਪਲੇਂਟ ਆ ਰਹੀ ਸੀ ਕਿ ਜਿਹਨੂੰ ਕੰਪਲੀਟਲੀ ਐਲੀਮੀਨੇਟ ਨਾ ਕਰੋ। ਸੋ ਉਹ ਲੋਕਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਜੇ ਆਪਾਂ ਕਿਉਂਕਿ ਇੱਕ ਰਿਫਰੈਸ਼ਰ ਵੀ ਹੋ ਜਾਊਗਾ, ਲੋਕੀ ਜਿਹੜੀ ਆ ਜੀ ਉਹ ਜਿਹੜੀ ਉਹਨਾਂ ਦੀ ਮੈਮਰੀ ਜਿਹੜੀ ਆ ਉਹ ਰਿਫਰੈਸ਼ ਹੋ ਜਾਊਗੀ ਕਿ ਕਿੱਦਾਂ ਏਅਰ ਬ੍ਰੇਕਸ ਜਿਹੜੀਆਂ ਵਰਕ ਕਰਦੀਆਂ, ਕੀ ਜੋ ਉਹਦੇ ਵਿੱਚ ਜੋ ਵੀ ਪ੍ਰੋਸੈਸ ਹੁੰਦਾ ਵਾ। ਬਟ ਟੈਸਟ ਵਾਲਾ ਕੰਮ ਜਿਹੜਾ ਪਾਸ ਫੇਲ ਵਾਲਾ ਕੰਮ ਆ ਜੀ ਉਹ ਖਤਮ ਕਰ ਦਿੱਤਾ ਜਾਊਗਾ। ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਪਲੀਜ਼ ਤੁਸੀਂ ਵੱਧ ਤੋਂ ਵੱਧ ਇੱਥੇ ਜਿਹੜੇ ਆਪਣੇ ਕਮੈਂਟ ਜੀ ਉਹ ਸਬਮਿਟ ਕਰੋ।
ਸੋ ਇਹਦੇ ਲਈ ਇੱਕ ਵਾਰ ਫਿਰ ਦੱਸ ਦਿੰਦੇ ਦੋਸਤੋ ਕਿ ਤੁਸੀਂ ਜਿੱਥੇ ਅਮਰਜੋਤ ਹੋਰਾਂ ਨੇ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ, ਵੱਖ-ਵੱਖ ਜਿਹੜੇ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਨੇ, ਤੁਸੀਂ ਅਮਰਜੋਤ ਹੋਰਾਂ ਦੇ ਅਕਾਊਂਟਸ 'ਤੇ ਜਾ ਕੇ ਵੀ ਉਹ ਤੁਹਾਨੂੰ ਲਿੰਕ ਮਿਲ ਜਾਣਾ, ਜਾਂ ਤੁਸੀਂ ਸਾਡੇ ਹਰਜਿੰਦਰ ਗਿੱਲ ਸ਼ੋਅ ਦੇ ਫੇਸਬੁੱਕ 'ਤੇ ਜਾਓਗੇ ਤਾਂ ਅਸੀਂ ਉਹ ਵੀ ਉੱਥੇ ਵੀ 2 ਦਿਨ ਪਹਿਲਾਂ ਇਹ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ, ਤਾਂ ਉਹਦੇ ਵਿੱਚ ਲਿੰਕ ਵੀ ਵਿੱਚ ਸ਼ੇਅਰ ਕੀਤਾ ਹੋਇਆ। ਅਤੇ ਇਸ ਤੋਂ ਇਲਾਵਾ ਆਈ ਗੈਸ ਕਿ ਜੇ ਤੁਸੀਂ ਗੂਗਲ ਸਰਚ ਵੀ ਕਰੋਗੇ ਏਅਰ ਬ੍ਰੇਕ ਦੇ ਨਾਲ ਸੰਬੰਧਿਤ ਜਿਹੜਾ ਇੱਕ ਸਪੈਸ਼ਲ ਜਿਹਦੇ ਵਿੱਚ ਆਪਣਾ ਲਿੰਕ ਓਪਨ ਕਰਕੇ ਤਾਂ ਫਿਰ ਤੁਸੀਂ ਆਪਣੀ ਰਾਏ ਦੇਣੀ ਹੈ। ਅੱਛਾ ਅਮਰਜੋਤ ਜੀ, ਇਹਦੇ ਵਿੱਚ ਰਾਏ ਜਿਹੜੀ ਮੈਂ ਦੇਖ ਰਿਹਾ ਸੀ ਵੀ ਕੌਮੈਂਟ ਆਪਣਾ ਉਹ ਵਾਇਆ ਈਮੇਲ ਜਾਣਾ, ਇਹੀ ਇੱਕ ਆਪਸ਼ਨ ਹੈ ਕਿ ਜਾਂ ਉਹਦੇ 'ਚ ਕੋਈ ਯੈਸ ਨੋ ਵਾਲੀਆਂ ਆਪਸ਼ਨਸ ਨੇ, ਜਾਂ ਫਿਰ ਕੋਈ ਉਹਦੇ ਹੱਕ 'ਚ ਹੈ ਜਾਂ ਨਹੀਂ ਹੱਕ 'ਚ, ਕਿਸ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਇਹ ਵੀ ਡਿਫਾਈਨ ਕਰੋ। ਹਾਂਜੀ, ਇਹਦੇ ਵਿੱਚ ਯੈਸ ਨੋ ਵਾਲੀ ਭਾਜੀ ਆਪਸ਼ਨ ਹੀ ਹੈਗੀ। ਇਹਦੇ ਵਿੱਚ ਤੁਸੀਂ ਜਦੋਂ ਲਿੰਕ ਨੂੰ ਖੋਲੋਗੇ ਜੀ, ਪਹਿਲਾਂ ਤੇ ਪੇਜ 1 ਦੇ ਉੱਪਰ ਸਾਰਾ ਐਕਸਪਲੇਨ ਕੀਤਾ ਵਾ ਕਿ ਕੀ ਜਿਹੜਾ ਹੁਣ ਟੈਸਟ ਹੁੰਦਾ ਵਾ, ਫਿਰ ਫੇਸ 1 ਲਿਖਿਆ ਜੀ, ਫੇਸ 1 ਦੇ ਵਿੱਚ ਕੀ ਹੋਊਗਾ, ਫਿਰ ਫੇਸ 2 ਦੇ ਵਿੱਚ ਕੀ ਹੋਊਗਾ, ਫਿਰ ਅੱਗੇ ਜਿਹੜਾ ਪੇਜ ਆਉਂਦਾ ਜੀ ਉਹਦੇ ਵਿੱਚ ਤੁਸੀਂ ਸੈਕਿੰਡ ਪੇਜ ਤੇ ਜਾ ਕੇ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਸਬਮਿਟ ਕਰਨੀ। ਉਹਦੇ ਵਿੱਚ ਤੁਹਾਡਾ ਨਾਮ ਹੋ ਗਿਆ, ਤੁਹਾਡਾ ਐਡਰੈਸ ਹੋ ਗਿਆ, ਤੁਹਾਡਾ ਫੋਨ ਨੰਬਰ, ਤੁਹਾਡੀ ਈਮੇਲ, ਤੇ ਥੱਲੇ ਕਮੈਂਟ ਸੈਕਸ਼ਨ ਹੈਗਾ ਜਿਹਦੇ ਵਿੱਚ ਤੁਸੀਂ ਕਮੈਂਟ ਦੇਣੇ ਆ। ਹਾਂਜੀ, ਇਹਨੂੰ ਅਮਰਜੋਤ ਭਾਈ ਮੈਂ ਸੌਰੀ ਇੱਥੇ ਥੋੜ੍ਹਾ ਜਿਹਾ ਕਲੈਰੀਫਿਕੇਸ਼ਨ ਲੈਣੀ ਚਾਹੁੰਦਾ ਹਾਂ, ਕਿਉਂਕਿ ਮੈਂ ਹੁਣ ਨਾਲ ਹੀ ਰਾਈਟ ਵੇ ਆਪਣੀ ਗੱਲ ਚੱਲਦੇ ਉਹ ਮੈਂ ਕਮੈਂਟ ਔਰ ਪਹਿਲਾਂ ਵੀ ਮੈਂ ਟਰਾਈ ਕੀਤੇ ਸੀ, ਅਤੇ ਸਾਡੇ ਬਹੁਤ ਸਾਰੇ ਸਰੋਤੇ ਹੋਣਗੇ ਜਿਨ੍ਹਾਂ ਨੇ ਇਹ ਲਿੰਕ ਦੇਖਿਆ ਹੋਣਾ। ਉੱਥੇ ਲਿਖਿਆ ਹੋਇਆ ਕਮੈਂਟ ਔਨ ਦਿਸ ਪ੍ਰਪੋਜ਼ਲ ਵਾਇਆ ਈਮੇਲ, ਪਰ ਜਦੋਂ ਅਸੀਂ ਉਸ ਆਪਸ਼ਨ ਨੂੰ ਕਲਿੱਕ ਕਰਦੇ ਹਾਂ ਤਾਂ ਇੱਕ ਨਵਾਂ ਪੇਜ ਓਪਨ ਹੋ ਜਾਂਦਾ ਜਿਹੜਾ ਕਿ ਉਹਦੇ ਵਿੱਚ ਹੀ ਸਾਡਾ ਉਹ ਸੈਂਡ ਬਟਨ ਆ ਜਾਂਦਾ। ਸਾਨੂੰ ਇਹ ਨਹੀਂ ਕਿ ਕਈ ਆਪਣੀ ਸਪੈਸ਼ਲ ਕਿਸੇ ਈਮੇਲ 'ਚ ਜਾ ਕੇ ਉੱਥੇ ਡਰਾਫਟ ਕਰਕੇ ਕਿਸੇ ਈਮੇਲ ਦੇ ਉੱਪਰ ਭੇਜਣਾ। ਸੋ ਇਸ ਤਰ੍ਹਾਂ ਨਹੀਂ ਹੈ, ਉਹ ਸੇਮ ਪੇਜ ਦੇ ਉੱਪਰ ਹੀ ਉਹ ਇੱਕ ਸਾਰੀ ਦੀ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਉਹਦੇ ਵਿੱਚ ਤੁਹਾਡਾ ਨਾਮ ਪੁੱਛਿਆ ਜਾਂਦਾ, ਆਰਗੇਨਾਈਜੇਸ਼ਨ ਦਾ ਪੁੱਛਿਆ ਜਾਂਦਾ, ਐਡਰੈਸ ਪੁੱਛਿਆ ਜਾਂਦਾ, ਫੋਨ ਨੰਬਰ ਪੁੱਛਿਆ ਜਾਂਦਾ, ਤੁਹਾਡੀ ਈਮੇਲ ਆਈਡੀ ਪੁੱਛੀ ਜਾਂਦੀ, ਅਤੇ ਥੱਲੇ ਇੱਕ ਕਮੈਂਟ ਸੈਕਸ਼ਨ ਬਣਿਆ ਹੋਇਆ ਜਿਹਦੇ ਵਿੱਚ ਤੁਸੀਂ 2 4 5 ਸ਼ਬਦਾਂ 'ਚ 10 ਸ਼ਬਦਾਂ 'ਚ ਜਿੰਨਾ ਵੀ ਜੋ ਵੀ ਲਿਖਣਾ ਚਾਹੁੰਦੇ ਹੋ ਇਸ ਬਿੱਲ ਦੇ ਬਾਰੇ 'ਚ, ਇਸ ਮੋਸ਼ਨ ਦੇ ਬਾਰੇ 'ਚ, ਜਾਂ ਇਸ ਅਪਡੇਟ ਦੇ ਬਾਰੇ 'ਚ, ਉਹਦੇ ਲਈ ਉੱਥੇ ਹੀ ਕਮੈਂਟ ਕਰਕੇ ਅਤੇ ਨੈਕਸਟ ਜੇਕਰ ਤੁਸੀਂ ਕੋਈ ਉਹਦੇ ਵਿੱਚ ਆਪਣੀ ਕੋਈ ਫਾਈਲ ਅਟੈਚ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਕੋਈ ਰੈਫਰੈਂਸ ਦੇਣਾ ਚਾਹੁੰਦੇ ਹੋ ਤਾਂ ਕਿ ਉਹਨੂੰ ਵੀ ਰਿਵਿਊ ਕੀਤਾ ਜਾ ਸਕੇ, ਅਤੇ ਫਿਰ ਉਸ ਤੋਂ ਬਾਅਦ ਸੈਂਡ ਪ੍ਰੈਸ ਕਰ ਦੇਣਾ। ਸੋ ਇਹੀ ਬਹੁਤ ਸਿੰਪਲ ਤਰੀਕਾ ਹੈ। ਇੱਦਾਂ ਨਹੀਂ ਹੈ ਕਿ ਤੁਸੀਂ ਆਪਣੀ ਕੋਈ ਸਪੈਸ਼ਲ ਈਮੇਲ ਆਈਡੀ ਓਪਨ ਕਰੋ, ਉੱਥੇ ਜਾ ਕੇ ਟੈਕਸਟ ਲਿਖੋ ਅਤੇ ਕਿਸੇ ਈਮੇਲ 'ਤੇ ਸੈਂਡ ਕਰੋ। ਇਜ਼ ਦੈਟ ਰਾਈਟ ਅਮਰਜੋਤ ਜੀ? ਬਿਲਕੁਲ ਐਗਜ਼ੈਕਟਲੀ ਭਾਜੀ, ਹਾਂਜੀ, ਬਹੁਤ ਹੀ ਸਿੰਪਲ ਤਰੀਕਾ ਵਾ ਜੀ, 2 ਮਿੰਟ ਲੱਗਦੇ ਆ। ਸੋ ਤੁਸੀਂ ਬਸ ਪਹਿਲੇ ਪੇਜ ਤੇ ਆਪਣੀਆਂ ਜਿਹੜੀਆਂ ਆਪਸ਼ਨਸ ਆ ਰਿਵਿਊ ਕਰ ਸਕਦੇ ਆ, ਰਿਵਿਊ ਕਰਕੇ ਤੁਸੀਂ ਸੈਕਿੰਡ ਪੇਜ ਦੇ ਉੱਪਰ ਜਾ ਕੇ ਜਿੱਥੇ ਤੁਸੀਂ ਜਿੱਦਾਂ ਬਿਲਕੁਲ ਤੁਸੀਂ ਸਹੀ ਮੈਂਸ਼ਨ ਕੀਤਾ ਕਿ ਤੁਸੀਂ ਉਹਦੇ ਉੱਪਰ ਲਿਖਿਆ ਜੀ ਕਮੈਂਟ ਔਨ ਦਿਸ ਪ੍ਰਪੋਜ਼ਲ ਵੀਆ ਈਮੇਲ, ਉਹਨੂੰ ਕਲਿੱਕ ਕਰੋਗੇ। ਉਹਦੇ ਵਿੱਚ ਸਾਰਾ ਜਿਹੜੀ ਤੁਹਾਡੀ ਪਹਿਲਾਂ ਇਨਫੋਰਮੇਸ਼ਨ, ਤੁਹਾਡੀ ਆਪਣੀ ਪਰਸਨਲ ਇਨਫੋਰਮੇਸ਼ਨ ਹੋਊਗੀ ਜੀ, ਕੰਟੈਕਟ ਇਨਫੋਰਮੇਸ਼ਨ। ਉਸ ਤੋਂ ਬਾਅਦ ਜਿਹੜੇ ਕਮੈਂਟ ਥੱਲੇ ਸੈਕਸ਼ਨ ਜਿਹੜਾ ਲਾਸਟ ਤੇ ਹੈਗਾ ਉਹ ਤੁਸੀਂ ਕਮੈਂਟ ਪਾ ਕੇ ਤੇ ਥੱਲੇ ਸਭ ਤੋਂ ਥੱਲੇ ਸੈਂਡ ਦਾ ਬਟਨ ਹੋਊਗਾ ਜੀ, ਸੈਂਡ ਕਰ ਦੇਣਾ, ਤੇ ਉਹ ਜਿਹੜਾ ਕਮੈਂਟ ਹੈ ਜੀ ਤੁਹਾਡਾ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਕੋਲ ਚਲਾ ਜਾਊਗਾ। ਤੇ ਮਾਰਚ 16 ਤੱਕ ਦੋਸਤੋ ਤੁਹਾਡੇ ਕੋਲ ਟਾਈਮ ਹੈ ਜੀ, ਮਾਰਚ 16 ਦੀ ਕਮੈਂਟਸ ਦੇ ਲਈ ਡਿਊ ਡੇਟ ਹੈ। ਸੋ ਮਾਰਚ 16 ਤੋਂ ਪਹਿਲਾਂ ਤੁਸੀਂ ਆਪਣੇ ਕਮੈਂਟ ਜਿੰਨੇ ਵੀ ਮੈਕਸਿਮਮ ਇਹਦੇ ਉੱਤੇ ਭੇਜੋਗੇ ਤਾਂ ਉਸ ਤੋਂ ਬਾਅਦ ਫਿਰ ਅਗਲੀਆਂ 45 ਦਿਨ ਦਾ ਸਮਾਂ ਹੁੰਦਾ ਜੀ। ਹਾਂਜੀ ਬਿਲਕੁਲ ਯਾਰ, ਠੀਕ ਹੈ। ਅੱਛਾ ਮਤਲਬ ਜੀ ਥੋੜ੍ਹਾ ਜਿਹਾ ਇੱਕ ਵਾਰੀ ਹੋਰ ਕੁਝ ਲੇਮੈਨ ਦੇ ਤੌਰ ਦੇ ਉੱਤੇ ਜਿਹੜੇ ਸਰੋਤੇ ਸਾਡੇ ਜਿਹੜੇ ਟਰੱਕ ਡਰਾਈਵਿੰਗ ਇੰਡਸਟਰੀ ਦੇ ਨਾਲ, ਟਰੱਕਿੰਗ ਇੰਡਸਟਰੀ ਦੇ ਨਾਲ ਨਹੀਂ ਵੀ ਜੁੜੇ ਹੋਏ, ਉਹਨਾਂ ਦੇ ਮਨ 'ਚ ਕਿਉਰਿਓਸਿਟੀ ਹੋਏਗੀ ਕਿ ਇਹ ਜਿਹੜਾ ਏਅਰ ਬ੍ਰੇਕਸ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇੰਨੇ ਲੰਬੇ ਸਮੇਂ ਤੋਂ ਜਿਹੜੀ ਇਹ ਜਦੋਜਹਿਦ ਚੱਲ ਰਹੀ ਹੈ, ਇਹਦਾ ਕਾਰਨ ਕੀ ਹੈ, ਇਹਦਾ ਪਰਪਸ ਕੀ ਹੈ, ਕਿਉਂ ਹੁੰਦਾ, ਕਿੰਨਾ ਕੁ ਕਰੂਸ਼ੀਅਲ ਹੈ, ਕਿੰਨਾ ਕੁ ਇਹਦੀ ਕੋਈ ਜਿਹੜੇ ਪ੍ਰੋਜ਼ ਐਂਡ ਕੌਨਸ ਨੇ, ਜੇਕਰ ਹੋ ਜਾਂਦਾ ਤਾਂ ਕੀ ਪ੍ਰੋਬਲਮ ਹੋ ਸਕਦੀ ਹੈ, ਜੇ ਨਹੀਂ ਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਕੰਸਰਨਸ ਹਨ ਲੋਕਾਂ ਦੇ। ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਹਰਜਿੰਦਰ ਭਾਜੀ। ਦੇਖੋ ਜੀ, ਹਾਂਜੀ, ਐਜ਼ ਅ ਕਈ ਵਾਰ ਜਿਹੜਾ ਕਹਿ ਲਓ ਕਿ ਨਾਰਮਲ ਇੰਡੀਵਿਜੂਅਲ ਜਿਹੜੇ ਕਈ ਵਾਰ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਜੀ, ਏਅਰ ਬ੍ਰੇਕ, ਜਦੋਂ ਏਅਰ ਬ੍ਰੇਕ ਦੀ ਗੱਲ ਆਉਂਦੀ ਲੋਕਾਂ ਦੇ ਮਨ ਦੇ ਵਿੱਚ ਸੇਫਟੀ ਕੰਸਰਨ ਸਭ ਤੋਂ ਪਹਿਲਾਂ ਆ ਜਾਂਦਾ ਜੀ, ਕਿ ਸ਼ਾਇਦ ਇਹਨਾਂ ਕੋਈ ਸੇਫਟੀ ਨਾ ਇੰਪੈਕਟ ਹੋਵੇ। ਸੋ ਇਹ ਚੀਜ਼ਾਂ ਸਾਰੀਆਂ ਧਿਆਨ ਦੇ ਵਿੱਚ ਰੱਖ ਕੇ ਜਦੋਂ ਮੈਂ ਹਰਜਿੰਦਰ ਭਾਜੀ ਬਿੱਲ ਲੈ ਕੇ ਆਉਂਦਾ ਸੀ ਜੀ ਇਹ 2019 ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਥੋੜੀ ਬੈਕਗਰਾਊਂਡ ਦੇ ਦਿੰਦਾ ਕਿ ਜਿਹੜਾ ਏਅਰ ਬ੍ਰੇਕ ਇੰਡੋਰਸਮੈਂਟ ਦਾ ਟੈਸਟ ਹੁੰਦਾ ਜੀ, ਪਹਿਲਾਂ ਜਦੋਂ ਤੁਸੀਂ ਇਨੀਸ਼ੀਅਲੀ ਜਿਹੜਾ ਆਪਣਾ ਲਾਇਸੈਂਸ ਅਬਟੇਨ ਕਰਦੇ ਆ, ਇਹ ਸਾਰਿਆਂ ਨੂੰ ਟੈਸਟ ਜਿਹੜਾ ਦੇਣਾ ਪੈਂਦਾ ਵਾ। ਤੇ ਇੱਕ ਅੰਟਾਰੀਓ ਸੂਬਾ ਇੱਦਾਂ ਦਾ ਵਾ ਜਿਹਦੇ ਹਰ 5 ਸਾਲ ਦੇ ਬਾਅਦ ਤੁਹਾਨੂੰ ਰਿਨਿਊਵਲ ਟੈਸਟ ਦੇਣਾ ਪੈਂਦਾ ਵਾ। ਸੋ ਰਿਨਿਊਵਲ ਟੈਸਟ ਦੀ ਲੋਕਾਂ ਦੀ ਕੰਪਲੇਂਟ ਆਉਂਦੀ ਸੀ ਕਿ ਸਾਡਾ ਟਾਈਮ ਜਿਹੜਾ ਜੀ ਬੜਾ ਵੇਸਟ ਹੁੰਦਾ, ਕਿਉਂਕਿ ਸਾਨੂੰ ਕਈਆਂ ਨੂੰ 20 ਸਾਲ ਟਰੱਕ ਚਲਾਉਂਦੇ ਨੂੰ ਹੋ ਗਏ ਆ। ਇਸ ਇੱਕ ਕੰਪਲੀਕੇਟਡ ਜਾਂ ਕਈ ਵਾਰ ਸਿਸਟਮ ਹੁੰਦਾ, ਲੋਕਾਂ ਨੂੰ ਉਹ ਚੀਜ਼ ਕਈ ਵਾਰੀ ਲੈਂਗੁਏਜ ਬੈਰੀਅਰਸ ਵੀ ਹੁੰਦੇ ਆ। ਸੋ ਉਹ ਲੋਕਾਂ ਨੂੰ ਲੱਗਦਾ ਸੀ ਕਿ ਸਾਨੂੰ ਕਈ ਵਾਰ 2-2 ਵੀਕ ਜਾਂ 3-3 ਵੀਕ ਸਾਡੇ ਕੰਮ ਤੋਂ ਵੇਸਟ ਹੋ ਜਾਂਦੇ ਆ ਜੀ ਇਹ ਟੈਸਟ ਪਾਸ ਕਰਨ ਦੇ ਲਈ। ਈਵਨ ਦੋ ਉਹਨਾਂ ਨੂੰ ਨੌਲੇਜ ਹੈਗੀ ਆ ਪੂਰੀ, ਉਹ ਕਿਉਂਕਿ ਟਰੱਕ ਚਲਾ ਰਹੇ ਆ 15-20 ਸਾਲ ਤੋਂ, ਲੇਕਿਨ ਲੈਂਗੁਏਜ ਬੈਰੀਅਰ ਕਰਕੇ ਜਾਂ ਹੋਰ ਕੋਈ ਰੀਜ਼ਨ ਹੋ ਸਕਦੇ ਉਹਨਾਂ ਕਰਕੇ ਉਹ ਲੋਕਾਂ ਦੇ ਕਈ ਵਾਰ ਏਦਾਂ ਟਾਈਮ ਵੇਸਟ ਹੁੰਦਾ ਸੀ। ਸੋ ਅੰਟਾਰੀਓ ਦੇ ਵਿੱਚ ਇੱਕ ਇਹ ਜਿਹੜਾ ਟੈਸਟ ਹੁੰਦਾ ਜੀ, ਸੋ ਸਭ ਤੋਂ ਪਹਿਲਾਂ ਤੇ ਮੇਰੇ ਮਨ ਦੇ ਵਿੱਚ ਵੀ, ਕਿਉਂਕਿ ਮੇਰੇ ਕੋਲ ਵੀ ਆਪਣਾ ਲਾਇਸੈਂਸ ਟਰੱਕਿੰਗ ਦਾ ਰਿਹਾ ਜੀ, ਮੈਂ ਵੀ ਇਹ ਟਰੱਕ ਚਲਾਇਆ ਥੋੜੀ ਦੇਰ ਪਾਰਟ ਟਾਈਮ। ਸੋ CCMT ਇੱਕ ਬੋਡੀ ਹੁੰਦੀ ਹੈ ਹਰਜਿੰਦਰ ਭਾਜੀ, ਜਿਹੜੀ ਕੈਨੇਡੀਅਨ ਸੇਫਟੀ ਸਟੈਂਡਰਡਸ ਬੋਡੀ ਆ ਜੀ। ਉਹਦੇ ਵਿੱਚ ਪਹਿਲਾਂ ਦੇ ਪ੍ਰੋਵਿੰਸ ਦੇ ਨੁਮਾਇੰਦੇ ਵੀ ਬਹਿੰਦੇ ਆ ਜੀ, ਉਹ ਕਾਮਨ ਬੰਦੇ ਹੁੰਦੇ ਆ, ਆਪਣਾ ਜਿਹੜੇ ਕਹਿ ਲਓ ਕਿ ਕੋਈ ਇਲੈਕਟਿਡ ਅਫੀਸ਼ੀਅਲ ਨਹੀਂ ਹੁੰਦੇ, ਵਿੱਚੋਂ ਇਲੈਕਟਿਡ ਅਫੀਸ਼ੀਅਲ ਵੀ ਹੁੰਦੇ ਆ।
ਲੇਕਿਨ ਨਾਰਮਲ ਪਬਲਿਕ ਤੋਂ ਵੀ ਬੰਦੇ ਹੁੰਦੇ ਆ, ਫੈਡਰਲ ਬੋਡੀ ਵੀ ਹੁੰਦੀ ਹੈ ਉਹਦੇ ਉੱਪਰ, ਹੋਰ ਪ੍ਰੋਵਿੰਸਿਸ ਦੇ ਬੰਦੇ ਹੁੰਦੇ ਆ। ਸੋ CCMT ਦੇ ਨਾਲ ਜਿਹੜਾ ਜੀ ਮੈਂ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਲਈ ਸੀ ਕਿ ਇਹ ਸੇਫਟੀ ਤੇ ਕੀ ਇੰਪੈਕਟ ਇਹਦਾ ਹੋਊਗਾ। ਸੋ ਜਿਹੜਾ ਉਹਨਾਂ ਨੇ ਮੈਨੂੰ ਡੇਟਾ ਦਿੱਤਾ ਜੀ, ਉਹਦੇ ਵਿੱਚ ਕੋਈ ਵੀ ਇੱਦਾਂ ਦਾ ਐਵੀਡੈਂਸ ਨਹੀਂ ਮਿਲਿਆ, ਕੋਈ ਇੰਪੈਰੀਕਲ ਐਵੀਡੈਂਸ ਇੱਦਾਂ ਦਾ ਨਹੀਂ ਸੀ ਹੈਗਾ ਕਿ 에ਅਰ ਬ੍ਰੇਕ ਦੇ ਕਰਕੇ ਕਦੀ ਕੋਈ ਜਿਹੜਾ ਜੀ ਐਕਸੀਡੈਂਟ ਹੋਇਆ ਹੋਵੇ। ਦੇਰ ਵਾਸ 0.00 ਸਮਥਿੰਗ ਜਿਹੜੇ ਚਾਂਸ ਹੈਗੇ ਸੀ ਕਿ 에ਅਰ ਬ੍ਰੇਕ ਕਰਕੇ ਕਦੀ ਕੋਈ ਐਕਸੀਡੈਂਟ ਹੋਇਆ ਹੋਵੇ। ਦੂਜਾ ਇਹਦਾ ਪਹਿਲੂ ਹੈਗਾ ਜੀ ਹਰਜਿੰਦਰ ਭਾਜੀ ਕਿ ਜੇ ਤੁਸੀਂ ਆਪਣਾ ਟੈਸਟ ਜਿਹੜਾ ਰਿਨਿਊਅਲ ਹਰ 5 ਸਾਲ ਦੇ ਬਾਅਦ ਕਰਦੇ ਵੀ ਆ, ਤੇ ਉਹਦੇ ਵਿੱਚ ਇਹ ਹੈਗਾ ਕਿ ਤੁਸੀਂ 에ਅਰ ਬ੍ਰੇਕਾਂ ਜੇ ਤੁਹਾਡੀਆਂ ਲੈਟਸ ਸੇ ਕੋਈ ਤੁਸੀਂ ਕਿਤੇ ਤੁਹਾਡਾ 에ਅਰ ਬ੍ਰੇਕਾਂ ਖਰਾਬ ਹੋ ਗਈਆਂ ਰਾਤ, ਜਾਂ ਕੋਈ ਹੋਰ ਤੁਹਾਨੂੰ ਕਿਤੇ ਸਕੇਲ ਦੇ ਉੱਪਰ ਕੋਈ ਚੱਕਰ ਪੈ ਗਿਆ, ਯੂ ਨਾਟ ਅਲਾਊਡ ਟੂ ਟੱਚ ਦਾ 에ਅਰ ਬ੍ਰੇਕਸ। ਤੁਸੀਂ 에ਅਰ ਬ੍ਰੇਕਸ ਨੂੰ ਟੱਚ ਨਹੀਂ ਕਰ ਸਕਦੇ। ਤੁਹਾਨੂੰ ਸਰਟੀਫਾਈਡ ਜਿਹੜਾ ਇੰਸਟ੍ਰਕਟਰ ਹੈਗਾ ਵਾ ਉਹੀ ਆ ਕੇ, ਜਿਹੜਾ ਲਾਇਸੈਂਸ ਹੋਊਗਾ ਉਹ ਆ ਕੇ 에ਅਰ ਬ੍ਰੇਕਸ ਤੁਹਾਡੀਆਂ ਫਿਕਸ ਕਰ ਸਕਦਾ। ਸੋ ਲੋਕਾਂ ਦਾ ਇਹ ਵੀ ਹੁੰਦਾ ਸੀ ਕੁਐਸਚਨ ਕਿ ਜੇ ਅਸੀਂ ਦੁਬਾਰਾ ਟੈਸਟ ਦਿੰਦੇ ਇਵਨ ਦੋ ਸਾਨੂੰ ਨੌਲੇਜ ਵੀ ਹੈਗੀ ਆ, ਪਰ ਜੇ ਅਸੀਂ ਉਹ 에ਅਰ ਬ੍ਰੇਕ ਟੱਚ ਹੀ ਨਹੀਂ ਕਰ ਸਕਦੇ ਤੇ ਉਹ ਸਾਡਾ ਕਿਉਂ ਇੱਕ ਰੈਡ ਟੇਪ ਤੇ ਇੱਕ ਅਨਨੈਸੈਸਰੀ ਜਿਹੜਾ ਬਰਡਨ ਜਿਹੜਾ ਜੀ ਸਾਡੇ ਤੇ ਪਾਇਆ ਜਾ ਰਿਹਾ। ਸੋ ਇਹ ਚੀਜ਼ਾਂ ਕਰਕੇ ਉਹ ਵੀ ਆਪਾਂ ਚੀਜ਼ਾਂ ਸਮਝਦੇ ਹਾਂ ਨਾਲ ਦੀ ਨਾਲ ਕਿ ਲੋਕਾਂ ਵੱਲੋਂ ਇਹ ਵੀ ਕਈ ਵਾਰ ਕਿਹਾ ਜਾ ਰਿਹਾ ਸੀ ਇੱਕ ਕੋਈ ਇੱਦਾਂ ਦਾ ਮੋਡਿਊਲ ਜਾਂ ਪਾਓ ਤੁਸੀਂ ਉਹਦੇ ਵਿੱਚ ਕਿ ਜਿਹੜੀ ਲੋਕਾਂ ਨੂੰ, ਚਲੋ ਠੀਕ ਹੈ ਟੈਸਟ ਨਾ ਹੋਵੇ ਲੇਕਿਨ ਇੱਕ ਰਿਫਰੈਸ਼ਰ ਹੋਵੇ ਲੋਕਾਂ ਦੇ ਲਈ ਕਿ ਹਰ 5 ਸਾਲ ਦੇ ਬਾਅਦ ਕਿ 에ਅਰ ਬ੍ਰੇਕਾਂ ਇੱਦਾਂ ਕੰਮ ਕਰਦੀਆਂ, ਜੋ ਵੀ ਉਹਦੇ ਬਾਰੇ ਇਨਫੋਰਮੇਸ਼ਨ ਜਾਣਕਾਰੀ ਹੈ ਸਾਰੀ ਉਹ 1 ਘੰਟੇ ਦੇ ਵਿੱਚ ਦਿੱਤੀ ਜਾਵੇ। ਉਹ ਚੀਜ਼ ਵੀ ਨਾਲ ਮੈਂ ਪਹਿਲਾਂ ਜਦੋਂ ਇਨੀਸ਼ੀਅਲੀ ਮੈਂ ਬਿੱਲ ਇੰਟਰੋਡਿਊਸ ਕੀਤਾ ਸੀ ਜੀ, ਉਹ ਚੀਜ਼ ਮੈਂ ਨਾਲ ਇੰਟਰੋਡਿਊਸ ਨਹੀਂ ਸੀ ਕੀਤੀ ਕਿ ਕੋਈ ਲਰਨਿੰਗ ਮੋਡਿਊਲ ਨਹੀਂ, ਪਹਿਲਾਂ ਆਪਾਂ ਸਿੱਧੀ ਐਲੀਮੀਨੇਸ਼ਨ ਦੀ ਗੱਲ ਕਰਦੇ ਸੀ। ਸੋ ਹੁਣ ਜਿਹੜਾ ਇਹਦੇ ਵਿੱਚ ਮੈਂ ਮਿਨਿਸਟਰੀ ਨੂੰ ਦੁਬਾਰਾ ਪ੍ਰਪੋਜ਼ਲ ਦਿੱਤਾ ਸੀ ਕਿ ਇਹਦੇ ਵਿੱਚ ਆਪਾਂ ਇੱਕ ਲਰਨਿੰਗ ਮੋਡਿਊਲ ਪਾ ਸਕਦੇ ਹਾਂ ਜੀ, ਜਿਹਦੇ ਨਾਲ ਜੇ ਕੋਈ ਸੇਫਟੀ ਦੀ ਗੱਲ ਵੀ ਕਰਦਾ ਉਹਨੂੰ ਇਹ ਹੋਵੇ ਕਿ ਹਾਂਜੀ ਆਪਾਂ ਜਿਹੜਾ ਜੀ ਉਹ ਇਹਦੇ ਵਿੱਚ ਲਰਨਿੰਗ ਮੋਡਿਊਲ ਪਾ ਰਹੇ ਹਾਂ ਕਿ ਲੋਕਾਂ ਦੀ ਜਾਣਕਾਰੀ ਦੇ ਲਈ, ਬਟ ਦੇयर इज नो ਇੰਪੈਰੀਕਲ ਐਵੀਡੈਂਸ ਕਿ ਸੇਫਟੀ ਦਾ ਕੋਈ ਇਹਦੇ ਉੱਤੇ ਇੰਪੈਕਟ ਹੋ। ਸੋ ਇਹਦੇ ਤੇ ਅਮਰਜੋਤ ਜੀ, ਜਦੋਂ ਤੁਸੀਂ ਹੁਣ ਇਹ ਸਾਰਾ ਆਪਣੇ ਵੱਲੋਂ ਤਿਆਰੀ ਕਰ ਰਹੇ ਸੀ, ਇਸ ਪ੍ਰਾਈਵੇਟ ਮੈਂਬਰ ਬਿੱਲ ਨੂੰ ਲੈ ਕੇ ਆਏ ਸੀ, ਕਿੰਨਾ ਕੁ ਸਮਾਂ ਤੁਸੀਂ ਇਹਦੇ ਤੇ ਆਪਣੇ ਵੱਲੋਂ, ਆਪਣੀ ਟੀਮ ਦੇ ਵੱਲੋਂ ਥੋਰਲੀ ਔਰ ਪ੍ਰੈਕਟੀਕਲੀ ਸਾਰੇ ਤਰੀਕਿਆਂ ਦੇ ਨਾਲ ਇਹਨੂੰ ਘੋਖ ਪੜਤਾਲਣ ਤੋਂ ਬਾਅਦ ਵਿੱਚ ਇਹ ਸਾਰਾ ਲੈ ਕੇ ਆਏ ਹੋ, ਜਿਹੜਾ ਤਾਂ ਕਿ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਸੇਫਟੀ ਦੇ ਕੰਸਰਨਸ ਤੋਂ ਜਾਂ ਫਿਰ ਲੀਗਲੀ ਜਾਂ ਕੋਈ ਟੈਕਨੀਕਲੀ ਕਿਸੇ ਵੀ ਤਰ੍ਹਾਂ ਦੇ ਕੋਈ ਚੈਲੰਜਸ ਨਾ ਰਹਿਣ ਬਾਅਦ ਵਿੱਚ? ਐਗਜ਼ੈਕਟਲੀ ਭਾਜੀ, ਜਦੋਂ ਮੈਂ 2018 ਚ ਇਲੈਕਟ ਹੋਇਆ ਸੀ ਜੀ, ਮੈਂ ਚਲੋ ਆਪ ਹੀ ਪਹਿਲਾਂ ਇਲੈਕਸ਼ਨ ਤੋਂ ਜਦੋਂ ਮੈਂ ਇਲੈਕਟ ਹੋਇਆ ਸੀ ਕਾਫੀ ਕਈ ਵਾਰ ਮੈਨੂੰ ਭਰਾ ਮਿਲਦੇ ਹੁੰਦੇ ਸੀ, ਨਾਰਮਲੀ ਉਹਨਾਂ ਨੇ ਗੱਲ ਕਰਨੀ ਕਿ ਯਾਰ 에ਅਰ ਬ੍ਰੇਕ ਦਾ ਜਿਹੜਾ ਟੈਸਟ ਹੁੰਦਾ ਵਾ ਇਹ ਤੁਸੀਂ ਹਟਾਓ, ਇਹ ਇੱਕ ਅਨਨੈਸੈਸਰੀ ਬਰਡਨ ਹੈਗਾ ਵਾ, ਕਿਸੇ ਹੋਰ ਪ੍ਰੋਵਿੰਸ ਨਹੀਂ ਹੁੰਦਾ। ਸੋ ਉਦੋਂ ਤੋਂ ਹੀ ਮੈਂ ਇਹਦੇ ਬਾਰੇ ਜਾਣਕਾਰੀ ਸ਼ੁਰੂ ਕਰ ਦਿੱਤੀ ਸੀ। ਪ੍ਰਾਈਵੇਟ ਮੈਂਬਰ ਬਿੱਲ ਹੁੰਦੇ, ਤੁਹਾਨੂੰ ਹਰਜਿੰਦਰ ਭਾਜੀ ਕਈ ਵਾਰ ਤੁਹਾਡੀ ਜਿਹੜੀ ਲੈਜਿਸਲੇਟਿਵ ਰਿਸਰਚ ਟੀਮ ਹੁੰਦੀ ਆ ਜਿਹੜੀ ਕੁਈਨਸ ਪਾਰਕ ਦੇ ਵਿੱਚ ਹੈਗੀ, ਉਹਨਾਂ ਨਾਲ ਬੈਠ ਕੇ ਮੇਰੀਆਂ ਮੀਟਿੰਗਸ ਲਗਾਤਾਰ ਹੋਈਆਂ। ਹੋਰ ਸਟੇਕ ਹੋਲਡਰਸ ਜਿਹੜੇ ਹੈਗੇ ਆ ਜੀ ਉਹਨਾਂ ਦੇ ਨਾਲ ਮੀਟਿੰਗਸ ਹੋਈਆਂ ਮੇਰੀਆਂ। CCMT ਜਿੱਦਾਂ ਮੈਂ ਕਹਿ ਤਾ, ਉਹਨਾਂ ਕੋਲ ਆਪਾਂ ਸਾਰਾ ਡੇਟਾ ਲਿਆ ਕਿ ਕੋਈ ਇੱਦਾਂ ਦਾ ਐਵੀਡੈਂਸ ਨਹੀਂ ਹੈਗਾ ਕਿ ਕੱਲ੍ਹ ਨੂੰ ਆਪਾਂ ਸੇਫਟੀ ਨੂੰ ਇੰਪੈਕਟ ਕਰੀਏ। ਸੋ ਸਾਰੀਆਂ ਚੀਜ਼ਾਂ ਦੇਖ ਕੇ ਜੀ ਆਪਣਾ ਉਹ ਚੀਜ਼ ਫਿਰ ਆਪਾਂ ਡਿਸਾਈਡ ਕੀਤੀ ਕਿ ਆਪਾਂ ਇਹਦਾ ਬਿੱਲ ਲੈ ਕੇ ਆਉਂਦੇ ਹਾਂ ਜੀ। ਫਿਰ 2019 ਚ ਮੈਂ ਇਹਦਾ ਬਿੱਲ ਲੈ ਕੇ ਆਉਂਦਾ ਸੀ। ਉਸ ਤੋਂ ਬਾਅਦ ਕੋਵਿਡ ਕਰਕੇ ਕਾਫੀ ਟਾਈਮ ਜਿਹੜਾ ਜੀ ਉਹ ਗਵਰਨਮੈਂਟ ਜਿਹੜੇ ਉੱਦਾਂ ਵੀ ਪ੍ਰਾਈਵੇਟ ਮੈਂਬਰ ਬਿੱਲ ਹੁੰਦੇ ਕਈ ਵਾਰੀ ਇਹਨਾਂ ਨੂੰ ਕਾਫੀ ਟਾਈਮ ਹਰਜਿੰਦਰ ਭਾਈ ਲੱਗ ਜਾਂਦਾ ਵਾ ਜੀ। ਤੇ ਗਵਰਨਮੈਂਟ ਦੀ ਜਿਹੜੀ ਪਹਿਲਾਂ ਜਿਹੜਾ ਜੀ ਦੇਖੋ ਮੈਂ ਇੱਥੇ ਦੇਖਿਆ ਸੀ 124 MPP ਇਹਨਾਂ ਵਿੱਚੋਂ ਆਪਣੇ ਬਰੈਂਪਟਨ ਵਾਲੇ 200-400-500 ਛੱਡ ਕੇ ਮੈਨੂੰ ਲੱਗਦਾ ਕਿਸੇ MPP ਨੇ ਇਹਦੇ ਬਾਰੇ ਪਤਾ ਵੀ ਨਹੀਂ ਸੀ ਕਿ ਇਹ 에ਅਰ ਬ੍ਰੇਕ ਕੀ ਚੀਜ਼ ਹੁੰਦੀ ਹੈ, ਇਹਦਾ ਟੈਸਟ ਵੀ ਹੁੰਦਾ। ਤੇ ਜਦੋਂ ਬਿੱਲ ਲੈ ਕੇ ਆਉਂਦਾ ਜੀ ਲੋਕਾਂ ਨੂੰ ਅਵੇਅਰਨੈਸ ਹੋਈ, ਲੋਕਾਂ ਨੇ ਫਿਰ ਇਹਦੇ ਬਾਰੇ ਪੜ੍ਹਿਆ। ਕਈ MPP ਜਿਹੜੇ ਆ ਦੂਜੇ ਏਰੀਆ ਦੇ ਰੂਰਲ ਏਰੀਆਸ ਤੋਂ ਵੀ ਹੈਗੇ, ਉਹ ਵੀ ਮੇਰੇ ਕੋਲ ਆਏ ਕਿ ਅਸੀਂ ਇਹ ਬਿੱਲ ਦੀ ਸਪੋਰਟ ਕਰਦੇ ਹਾਂ। ਵਿੰਡਜ਼ਰ ਤੋਂ ਵੀ MPP ਕਈ ਆਏ। ਸੋ ਏਦਾਂ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ, ਅਵੇਅਰਨੈਸ ਮਿਲੀ ਜੀ। ਉਸ ਤੋਂ ਬਾਅਦ ਲਗਾਤਾਰ ਮੈਂ ਹਮੇਸ਼ਾ ਹੀ ਉੱਥੇ ਗੱਲਬਾਤ ਕਰਦਾ ਆ ਰਿਹਾ ਸੀ ਕਿ ਬਿੱਲ ਬੜਾ ਇੰਪੋਰਟੈਂਟ ਹੈਗਾ ਵਾ ਜੀ। ਸੋ ਮਿਨਿਸਟਰੀ ਨੇ ਵੀ ਆਪਣੀ ਸਾਰੀ ਜਾਂਚ ਪੜਤਾਲ ਕੀਤੀ ਹੈ ਜੀ ਸਟੇਕ ਹੋਲਡਰਸ ਦੇ ਨਾਲ, ਉਹਨਾਂ ਦੀ ਜਿਹੜੀ ਕੰਸਲਟੇਸ਼ਨ ਹੋਈ ਆ। ਸੋ ਇਹਦੇ ਕਰਕੇ ਹੁਣ ਆਪਾਂ ਲੋਕਾਂ ਨੂੰ ਕਮੈਂਟ ਮੰਗ ਰਹੇ ਹਾਂ ਕਿ ਲੋਕਾਂ ਦੀ ਫੀਡਬੈਕ ਕੀ ਆ, ਤੇ ਲੋਕਾਂ ਦੀ ਫੀਡਬੈਕ ਜੇ ਪੋਜ਼ਿਟਿਵ ਹੋਈ ਜੀ ਫਿਰ ਆਪਾਂ ਡੈਫੀਨਿਟਲੀ ਜਿਹੜਾ ਅੱਗੇ ਸਟੈਪ ਇਹਦਾ ਲਵਾਂਗੇ। ਅੱਛਾ, ਇਹਦੇ ਵਿੱਚ ਦੋਸਤੋ ਇੱਕ ਵਾਰੀ ਫਿਰ ਦੱਸ ਦੇਣਾ ਕਿ ਅਮਰਜੋਤ ਸੰਧੂ ਹੋਰੀ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ MPP ਬਰੈਂਪਟਨ ਵੈਸਟ ਤੋਂ ਇਸ ਵੇਲੇ ਸਾਡੇ ਨਾਲ ਨੇ, ਤੇ ਉਹਨਾਂ ਦੇ ਪ੍ਰਾਈਵੇਟ ਮੈਂਬਰਸ ਬਿੱਲ ਜਿਹਦੇ ਵਿੱਚ ਮੈਂਬਰ ਦੇ ਬਿੱਲ ਦੇ ਵਿੱਚ ਜਿੱਥੇ ਉਹਨਾਂ ਨੇ 에ਅਰ ਬ੍ਰੇਕਸ ਨੂੰ ਐਲੀਮੀਨੇਟ ਕਰਨ ਲਈ ਤੇ ਨਾਲ ਇੱਕ ਉਹਦਾ ਟੈਸਟ ਦੇ ਰੂਪ ਦੇ ਵਿੱਚ ਜਿਹੜਾ ਇੱਕ ਆਪਣੇ ਵੱਲੋਂ ਇਹ ਮੋਸ਼ਨ ਜਾਂ ਪ੍ਰਪੋਜ਼ਲ ਰੱਖਿਆ। ਸੋ ਉਹਦੇ ਲਈ ਹੁਣ ਅਮਰਜੋਤ ਭਾਈ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਹੁਣ ਤੱਕ ਕੋਈ ਟਰੈਕ ਕਰ ਰਹੇ ਹੋਵੋ ਕਿੰਨਾ ਕੁ, ਹਾਲੇ ਬੇਸ਼ੱਕ 2 ਦਿਨ ਹੀ ਹੋਏ ਅਜੇ, ਪਰ ਇੰਟਰਸਟ ਕਿੰਨਾ ਕੁ ਲਿਆ ਜਾਂਦਾ? ਕਿਉਂਕਿ ਬਹੁਤੀ ਵਾਰ ਅਸੀਂ ਇਹ ਗੱਲ ਦੇਖੀ ਹੈ ਕਿ ਸਿਰਫ ਅਸੀਂ ਟਾਕ ਸ਼ੋਜ਼ ਤੱਕ, ਗੱਲਾਂ ਬਾਤਾਂ ਤੱਕ, ਜਾਂ ਕਿਤੇ ਜਦੋਂ ਡਿਸਕਸ਼ਨਸ ਹੁੰਦੀਆਂ ਬੰਦੇ ਉੱਥੇ ਗੱਲਾਂ ਕਰਨ ਲਈ ਝੰਡੇ ਚੁੱਕਣ ਤੱਕ ਤਾਂ ਸੀਮਿਤ ਹੁੰਦੇ ਆ, ਪਰ ਜਦੋਂ ਆਪਣੀ ਆਵਾਜ਼ ਇੱਕ ਰਿਟਨ ਫਾਰਮ ਦੇ ਵਿੱਚ ਜਦੋਂ ਕੰਸਰਨ ਡਿਪਾਰਟਮੈਂਟ ਤੱਕ ਜਾਂ ਇਸ ਤਰੀਕੇ ਦੇ ਨਾਲ ਜਿਹੜੇ ਮੋਸ਼ਨਸ ਵਗੈਰਾ ਦੇ ਲਈ ਪ੍ਰੋਸੀਡਿੰਗਸ ਨੂੰ ਅੱਗੇ ਤੋਰਨ ਦੇ ਲਈ ਕੰਮ ਕਰਨੇ ਹੁੰਦੇ, ਉਦੋਂ ਅਸੀਂ ਆਪਣੀ ਪਹਿਲ ਕਦਮੀ ਨਹੀਂ ਦਿਖਾਉਂਦੇ। ਸੋਚ ਰਹੇ ਹੋ ਕਿ ਲੋਕ ਵੱਧ ਚੜ੍ਹ ਕੇ ਜਾਂ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੰਪਨੀਜ਼, ਡਰਾਈਵਰਸ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਇਹਨੂੰ ਇੱਕ ਮਿਸ਼ਨ ਦੀ ਤਰ੍ਹਾਂ ਲੈ ਕੇ ਆਪਣੇ ਵੱਲੋਂ ਚਾਹੇ ਹਾਂ ਦੇ ਵਿੱਚ ਜਾਂ ਫਿਰ ਨਾ ਦੇ ਵਿੱਚ ਕੰਮ ਕਰਨਗੀਆਂ? ਬਿਲਕੁਲ ਉਮੀਦ ਇਹੋ ਕੀਤੀ ਜਾ ਰਹੀ ਹੈ ਜਿੰਦਰ ਭਾਜੀ। ਦੇਖੋ ਕਾਫੀ ਕੱਲ੍ਹ ਦੀ ਜਦੋਂ ਮੈਂ ਪੋਸਟ ਸ਼ੇਅਰ ਕੀਤੀ ਹੈ, ਬੜੇ ਲੋਕਾਂ ਦਾ ਮੈਨੂੰ ਕਾਲਸ ਪਰਸਨਲੀ ਆ ਰਹੀਆਂ, ਕਿਉਂਕਿ ਮੈਂ ਪਰਸਨਲ ਨੰਬਰ ਆਪਣਾ ਸ਼ੇਅਰ ਕੀਤਾ ਜੀ।
ਸੋ ਇਦਾਂ ਤੁਹਾਡੇ ਪ੍ਰੋਗਰਾਮ ਸੁਣ ਕੇ ਵੀ ਲੋਕਾਂ ਦੀਆਂ ਕਾਲਾਂ ਆਉਣਗੀਆਂ, ਲੋਕੀ ਬਹੁਤ ਫੀਡਬੈਕ ਦੇ ਰਹੇ ਕਿ ਇਹ ਚੀਜ਼ ਵਧੀਆ ਕੀਤੀ ਹੈ ਤੁਸੀਂ। ਸੋ ਬਟ ਐਂਡ ਆਫ ਦ ਡੇ ਜਦੋਂ ਤੁਸੀਂ ਗੱਲ ਕੀਤੀ ਕਿ ਆਪਾਂ ਕਈ ਵਾਰ ਰੇਡੀਓ ਤੇ ਕਾਲਾਂ ਕਾਫੀ ਕਰ ਲੈਂਦੇ ਹਾਂ, ਉੱਦਾਂ ਵੀ ਆਪਣੇ ਕੰਸਰਨ ਆਪਾਂ ਜਿਹੜੇ ਇੱਥੇ ਸ਼ੇਅਰ ਕਰਦੇ ਹਾਂ, ਪਰ ਜਦੋਂ ਇਦਾਂ ਦੀ ਫੀਡਬੈਕ ਜਾਂ ਕੋਈ ਕਹਿ ਲਓ ਕਿ ਫਾਰਮਲੀ ਫੀਡਬੈਕ ਦੇਣ ਦੀ ਗੱਲ ਆਉਂਦੀ, ਆਪਾਂ ਉੱਥੋਂ ਥੋੜੀ ਕਹਿ ਲਓ ਕਿ ਆਪਾਂ ਉਹ ਅਣਗਹਿਲੀ ਕਹਿ ਲਓ, ਜੋ ਵੀ ਕਹਿ ਲਓ, ਉਹ ਆਪਾਂ ਚੀਜ਼ ਹਮੇਸ਼ਾ ਕਰ ਜਾਂਦੇ ਕਿ ਆਪਾਂ ਉੱਥੇ ਜਾ ਕੇ ਆਨਲਾਈਨ ਆਪਣੇ ਕਮੈਂਟਸ ਨਹੀਂ ਦਿੰਦੇ। ਬਟ ਜਿਹੜੀ ਵੀ ਮਿਨਿਸਟਰੀ ਵੱਲੋਂ ਕੋਈ ਰੈਗੂਲੇਟਰੀ ਚੇਂਜ ਹੋਣੀ ਆ ਜੀ, ਉਹ ਕਮੈਂਟਸ ਲੈ ਕੇ ਉਹਨਾਂ ਨੇ ਉਹ ਕਮੈਂਟਸ ਦੇਖਣੇ ਕਿ ਇਹਦੇ ਫੇਵਰ ਦੇ ਵਿੱਚ ਆਏ ਆ ਕਿ ਅਗੇਂਸਟ ਆਏ ਆ। ਸੋ ਮੇਰੇ ਵੱਲੋਂ ਕੋਸ਼ਿਸ਼ ਪੂਰੀ ਇਹੋ ਹੀ ਸੀ ਕਿ ਕਮੈਂਟ ਲੈ ਜਾਣ। ਮੈਂ ਮਿਨਿਸਟਰੀ ਨੂੰ ਬੜੀ ਦੇਰ ਦਾ ਇਹਦੇ ਬਾਰੇ ਪੁੱਛ ਕਰ ਰਿਹਾ ਸੀ ਕਿ ਲੋਕਾਂ ਦੀ, ਮੈਨੂੰ ਯਕੀਨ ਹੈ ਕਿ ਲੋਕੀ 90% ਲੋਕ ਜਿਹੜੇ ਆ ਜੀ 90 ਤੋਂ ਵੱਧ ਹੀ ਹੋਣਗੇ ਜਿਹੜੇ ਇਹਦੇ ਫੇਵਰ ਦੇ ਵਿੱਚ ਹੋਣਗੇ। ਬਾਕੀ ਕਈ ਲੋਕ ਜਿਹੜੇ ਅਗੇਂਸਟ ਆ ਉਹਨਾਂ ਨੂੰ ਪ੍ਰੋਪਰ ਅਵੇਅਰਨੈਸ ਨਹੀਂ ਹੈਗੀ। ਮੈਨੂੰ ਕਾਲਾਂ ਕਈ ਵਾਰ ਆਉਂਦੀਆਂ ਲੋਕਾਂ ਦੀ, ਉਹਨਾਂ ਨੂੰ ਮੈਂ ਫਿਰ ਗੱਲਬਾਤ ਕਰਦਾ, ਉਹਨਾਂ ਨੂੰ ਸਮਝਾਉਣਾ, ਤੇ ਫਿਰ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਚੀਜ਼ ਦੀ ਕਿ ਆਹ ਚੀਜ਼ ਓਕੇ ਵਾਕਿਆ ਹੀ ਕਰੈਕਟਿਵ ਹੈਗੀ ਆ। ਕੋਈ ਇੰਪੈਰੀਕਲ ਐਵੀਡੈਂਸ ਨਹੀਂ ਹੈਗਾ ਕਿ ਸੇਫਟੀ ਨਾਲ ਕੋਈ ਇੰਪੈਕਟ ਹੋਵੇ। ਸੋ ਇਹੋ ਹੀ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ। ਲੋਕਲ MPPs ਜਿਹੜੇ, ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ, ਕਿਉਂਕਿ ਉਹਨਾਂ ਨੇ ਬਰੈਂਪਟਨ ਵਾਲੇ MPPs ਪ੍ਰਭਮੀਤ ਸਰਕਾਰੀਆ, ਹਰਦੀਪ ਗਰੇਵਾਲ, ਗ੍ਰੈਹਮ ਮੈਗਰੈਗਰ, ਪਰਮ ਗਿੱਲ ਹੋਣਾ ਨੇ, ਇਹਨਾਂ ਨੇ ਕਾਫੀ ਮੇਰਾ ਸਾਥ ਦਿੱਤਾ। ਕਿਉਂਕਿ ਮੈਂ ਲਗਾਤਾਰ, ਤੁਹਾਨੂੰ ਪਤਾ ਕਿ ਜਦੋਂ ਕੋਈ ਬਿੱਲ ਇੰਟਰੋਡਿਊਸ ਕੀਤਾ ਹੋਵੇ ਸਾਰਿਆਂ ਨੂੰ ਮੈਂ ਕਹਿੰਦਾ ਸੀ ਤੁਸੀਂ ਜਾ ਕੇ ਉੱਥੇ ਪੁਸ਼ ਕਰੋ। ਸੋ ਸਾਰਿਆਂ ਨੇ ਸਾਥ ਦਿੱਤਾ, ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਹਮੇਸ਼ਾ ਹੀ, ਕਿਉਂਕਿ ਇਟਸ ਨਾਟ ਵਨ ਮੈਨ ਸ਼ੋ, ਤੁਹਾਨੂੰ ਕਈ ਵਾਰ ਸਾਰੀ ਟੀਮ ਐਫਰਟ ਹੁੰਦਾ ਜੀ, ਟੀਮ ਦੇ ਨਾਲ ਜ਼ੋਰ ਨਾਲ ਤੁਸੀਂ ਚੀਜ਼ ਇੰਟਰੋਡਿਊਸ ਕਰਦੇ ਆ, ਬਟ ਧੱਕਾ ਲਾਉਣ ਨੂੰ ਤੁਹਾਨੂੰ ਸਾਰਿਆਂ ਦਾ ਸਾਥ ਲੈਣਾ ਪੈਂਦਾ। ਰਾਈਟ। ਸੋ ਦੋਸਤੋ, ਅਗਰ ਤੁਸੀਂ ਵੀ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਆਪਾਂ 1-2 ਮਿੰਟ ਲਈ, ਜੇਕਰ ਕਾਲਸ ਆ ਜਾਂਦੀਆਂ ਬਸ 2 ਮਿੰਟ ਦੇ ਵਿੱਚ ਤਾਂ ਅਸੀਂ ਔਨ ਏਅਰ ਕਰਾਂਗੇ, ਅਦਰਵਾਈਜ਼ ਅਸੀਂ ਸਮਾਪਤ ਕਰਦੇ ਹਾਂ ਸਾਡੀ ਇਸ ਗੱਲਬਾਤ ਨੂੰ। ਜੇਕਰ ਤੁਸੀਂ ਅਮਰਜੋਤ ਹੋਰਾਂ ਦੇ ਨਾਲ ਇਸ ਵੇਲੇ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ 905-601-1350 905-601-1350 ਦੇ ਉੱਪਰ ਇਹਨਾਂ ਦੇ ਇਸ ਖਾਸ ਅਨਾਊਂਸਮੈਂਟ ਬਾਰੇ, ਜਾਂ ਜਿਹੜੀ ਇੱਕ ਇਨਕਰੇਜ ਕੀਤਾ ਜਾ ਰਿਹਾ ਕਿ ਤੁਸੀਂ ਇਹਦੇ 'ਤੇ ਔਨਲਾਈਨ ਜਾ ਕੇ ਆਪਣਾ ਜਿਹੜਾ ਡਿਸੀਜ਼ਨ ਹੈ, ਆਪਣਾ ਜਿਹੜਾ ਮਨ ਹੈ ਤੁਹਾਡਾ ਵੀ ਹਾਂ ਤੁਸੀਂ 에ਅਰ ਬ੍ਰੇਕ ਦੀਆਂ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਟੈਸਟ ਲਿਆ ਜਾਂਦਾ ਸੀ, ਮੈਂਡੇਟਰੀ ਸੀ ਜਿਹੜਾ, ਉਹਨੂੰ ਕਿਸ ਤਰੀਕੇ ਦੇ ਨਾਲ ਕੰਟੀਨਿਊ ਰੱਖਣਾ ਚਾਹੁੰਦੇ ਹੋ, ਜਾਂ ਉਹਦੇ ਵਿੱਚ ਜਿਹੜੀ ਤਬਦੀਲੀ ਕਰਕੇ ਸਿਰਫ ਇੱਕ ਆਪਾਂ ਕੀ ਉਹਨੂੰ ਅਮਰਜੋਤ ਕੀ ਬੋਲ ਰਹੇ ਹਾਂ ਆਪਾਂ, ਜਿਹੜਾ ਰਿਟਨ ਟੈਸਟ ਦੇਣਾ ਪੈਂਦਾ ਕੁਛ? ਹਾਂਜੀ। ਸੋ ਸਿਰਫ ਰਿਟਨ ਤੱਕ ਰਹਿ ਜਾਏਗਾ, ਉਹ ਪ੍ਰੈਕਟੀਕਲੀ ਤੁਹਾਨੂੰ ਫਿਰ ਉਹ ਟੈਸਟ ਦੇਣ ਦੀ ਲੋੜ ਨਹੀਂ ਹੈ ਨਾ ਜੀ? ਠੀਕ ਹੈ ਜੀ। ਆਪਣੇ ਨਾਲ ਹਾਂਜੀ ਟੈਸਟ ਨਹੀਂ ਹੋਊਗਾ ਤੁਹਾਡਾ, ਉਹਦੇ ਵਿੱਚ ਇੱਕ ਲਰਨਿੰਗ ਮੋਡਿਊਲ ਜਿੱਦਾਂ ਮੈਂ ਕਿਹਾ, ਠੀਕ ਹੈ, ਉਹ ਥਰੂ ਹੋਣਾ ਪੈਣਾ ਬਸ। ਹਾਂਜੀ। ਸੋ ਦੇਖ ਰਹੇ ਨੇ ਆਪਣੇ ਨਾਲ 2 ਕਾਲਰਸ ਨੇ, ਕੀ ਕਹਿੰਦੇ ਨੇ? ਗੁਰਜੀਤ ਜੀ ਨੇ ਪਹਿਲੇ ਕਾਲਰ। ਗੁਰਜੀਤ ਜੀ ਤੁਸੀਂ ਆਉਂਦੇ ਹੋ, ਫਿਰ ਉਸ ਤੋਂ ਬਾਅਦ ਕੁਲਵੰਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਇਹ ਰਿਟਨ ਟੈਸਟ ਹੀ ਇਕੱਲਾ ਵੇਵ ਹੋਏਗਾ ਕਿ ਸਾਰਾ ਹੀ ਜੀ ਆਪਣੇ ਵੀ ਜਦੋਂ ਅਸੀਂ ਪਹਿਲਾਂ ਕਰਦੇ ਹਾਂ ਉਦੋਂ ਸਾਨੂੰ ਉੱਥੇ ਰਿਟਨ ਦੇ ਨਾਲ ਟਰੱਕ ਦੇ ਉੱਤੇ ਪ੍ਰੈਕਟਿਸ ਕਰਨੀ ਪੈਂਦੀ ਹੈ, ਮਤਲਬ ਸਾਨੂੰ ਸਰਟੀਫਿਕੇਟ ਲੈਣਾ ਪੈਂਦਾ। ਉਸ ਤੋਂ ਬਾਅਦ 5 ਸਾਲ ਬਾਅਦ ਫਿਰ ਰਿਟਨ ਹੁੰਦਾ, ਤੇ ਜਿਹੜਾ ਉਹ ਰਿਟਨ ਹੋਣਾ ਉਹ ਬੰਦ ਹੋਏਗਾ ਜੀ? ਇਹ ਭਾਜੀ 에ਅਰ ਬ੍ਰੇਕ ਦਾ ਜਿਹੜਾ ਟੈਸਟ ਹੁੰਦਾ, ਜਿਹੜਾ ਹਰ 5 ਸਾਲ ਬਾਅਦ ਤੁਹਾਨੂੰ 에ਅਰ ਬ੍ਰੇਕ ਰਿਨਿਊਵਲ ਦਾ ਦੇਣਾ ਪੈਂਦਾ ਜੀ। ਹਾਂਜੀ, ਉਹ ਬੰਦ ਹੋਊਗਾ 에ਅਰ ਬ੍ਰੇਕ ਰਿਨਿਊਵਲ ਦਾ। ਠੀਕ ਹੈ। ਬਾਕੀ ਜਿਹੜਾ ਪ੍ਰੋਸੈਸ ਤੁਹਾਡਾ ਜੀ ਉਦਾਂ ਚੱਲੂਗਾ, ਸਾਰਾ ਰਿਨਿਊ ਵੀ ਕਰਾਉਣਾ ਪਊਗਾ ਹਰ 5 ਸਾਲ ਦੇ ਬਾਅਦ, ਕਿਉਂਕਿ ਕਈ ਵਾਰ ਉਹਦੇ ਵਿੱਚ ਤੁਹਾਡਾ ਵਿਜ਼ਨ ਟੈਸਟ ਹੁੰਦਾ ਜੀ, ਹੋਰ ਟੈਸਟ ਹੁੰਦੇ ਆ। ਸੋ ਉਹ ਸਾਰਾ ਨਾਰਮਲ ਪ੍ਰੋਸੈਸ ਹੋਊਗਾ। ਬਸ 에ਅਰ ਬ੍ਰੇਕ ਰਿਨਿਊਵਲ ਦਾ ਜਿਹੜਾ ਟੈਸਟ ਆ ਜੀ, ਉਹਨੂੰ ਆਪਾਂ ਲਿਮਿਨੇਟ ਕਰਨ ਦੀ ਗੱਲ ਕਰ ਰਹੇ ਹਾਂ। ਉਹਦੀ ਜਗ੍ਹਾ ਲਰਨਿੰਗ ਮੋਡਿਊਲ, ਕਿਉਂਕਿ ਇਹਦੇ ਅਸੀਂ ਜਦੋਂ ਵੀ ਸਕੇਲ ਤੇ ਜਾਂ ਕਿਤੇ ਵੀ ਸਾਨੂੰ ਇਹ ਪੁੱਲ ਕਰਦੇ ਆ, ਤੇ ਅਸੀਂ ਜੇ ਸਰਟੀਫਾਈਡ ਨਹੀਂ ਹੈ ਤਾਂ ਅਸੀਂ ਤਾਂ 에ਅਰ ਬ੍ਰੇਕ ਨੂੰ, ਚੈਂਬਰ ਨੂੰ ਹੱਥ ਵੀ ਨਹੀਂ ਲਗਾ ਸਕਦੇ, ਰਾਈਟ? ਤੇ ਇਹਦਾ ਕੋਈ ਸੈਂਸ ਹੀ ਨਹੀਂ ਰਹਿ ਜਾਂਦਾ। ਹਾਂਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਜੀ। ਕੁਲਵੰਤ ਜੀ ਨੇ ਨੈਕਸਟ ਕਾਲਰ, ਉਸ ਤੋਂ ਬਾਅਦ 6463 ਨੰਬਰ। ਹਾਂਜੀ ਕੁਲਵੰਤ ਜੀ, ਤੁਸੀਂ ਆਉਂਦੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੀ ਸੰਧੂ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ। ਇਹਦੇ ਮਗਰ ਰਹੇ ਸੀ CTO ਸੀ ਹੁੰਦੀ, ਉਦੋਂ ਇਹਨਾਂ ਕੋਲ ਪਹਿਲੀ ਵਾਰੀ ਗਏ ਸੀਗੇ, ਇਹਨਾਂ ਦੇ ਉਸ ਵਿੱਚ ਨਹੀਂ, ਉਦੋਂ ਦੇ ਇਹਦੇ ਤੇ ਵਰਕ ਕਰਦੇ ਆ, ਇਹਨਾਂ ਦਾ ਧੰਨਵਾਦ ਹੈ ਬਹੁਤ ਬਹੁਤ। ਦੂਸਰਾ ਇਹ ਆ ਕਿ ਅਸੀਂ ਜਦੋਂ ਇਹ ਰਿਟਨ ਦੁਆਰਾ ਦਿੰਦੇ ਆ, ਉਹਦੇ ਵਿੱਚ ਸਾਰਾ ਇਕੱਲਾ 에ਅਰ ਬ੍ਰੇਕ ਨਹੀਂ ਦਿੰਦੇ ਅਸੀਂ, ਬਾਕੀ ਦੇ ਜਿਹੜੇ ਹੈਗੇ ਆ ਸਾਈਨ ਵਗੈਰਾ ਸਾਰੇ ਉਹ ਸਾਰਾ ਦਿੰਦੇ, ਉਹ ਸਾਰਾ ਹੀ ਇਹਦੇ ਵਿੱਚ ਇਨਕਲੂਡ ਆ ਜੀ? ਨਹੀਂ, ਜਿਹੜਾ ਦੂਜਾ ਟੈਸਟ ਆ ਜੀ ਸਾਈਨ ਵਾਲਾ ਨਹੀਂ, ਉਹਦੇ ਵਿੱਚ ਐਲੀਮੀਨੇਟ ਕੀਤਾ ਜਾਊਗਾ ਜੀ। ਆਪਾਂ ਜੇ 에ਅਰ ਬ੍ਰੇਕ ਜਿਹੜਾ 에ਅਰ ਬ੍ਰੇਕ ਦਾ ਹੋਊਗਾ। ਠੀਕ ਹੈ ਹਾਂਜੀ, 에ਅਰ ਬ੍ਰੇਕ ਦੀ ਜ਼ਿਆਦਾ ਕੰਪਲੇਂਟ ਸੀ, ਉਹ ਲੋਕਾਂ ਦੀ ਫੀਡਬੈਕ ਸੀ ਕਿ 에ਅਰ ਬ੍ਰੇਕ ਵਾਲਾ ਟੈਸਟ ਆ ਜੀ ਉਹ ਸਾਡਾ ਟਾਈਮ ਵੇਸਟ। ਪਰ ਉਹ ਵੀ ਤਾਂ ਸੇਮ ਹੈ ਜੀ, ਕੋਈ ਰੂਲਸ ਕੋਈ ਚੇਂਜ ਤਾਂ ਹੁੰਦੇ ਨਹੀਂ ਹੈਗੇ, ਹਨਾ? ਸਾਰਾ ਕੁਝ ਰਿਟਰਨ ਦਾ ਫਿਰ ਉਹ ਸੇਮ ਹੀ ਹੋ ਗਿਆ, ਉਹ ਫਿਰ ਉੱਥੇ ਜਾ ਕੇ ਦੇਣਾ ਪਊਗਾ, ਉਹਦੇ ਲਈ ਸਾਨੂੰ ਟਾਈਮ ਫੇਰ ਖਰਾਬ ਕਰਨਾ ਪਊਗਾ। ਮਸਲਾ ਤਾਂ ਇਹੀ ਸੀ ਕਿ ਜਦੋਂ ਅਸੀਂ ਜਾਂਦੇ ਹਾਂ ਉੱਥੇ ਟਾਈਮ ਬਹੁਤ ਲੱਗਦਾ, ਕਿਉਂਕਿ ਲੋਕੀ ਲਾਇਸੈਂਸ ਹੋਰ ਲੈਣ ਵਾਲੇ ਵੀ ਹੁੰਦੇ ਆ, ਉਹ ਸਾਰਾ ਦਾ ਅਸੀਂ ਪਹਿਲਾਂ ਉਹਨੂੰ ਕੰਪਲੀਟ ਕੀਤਾ ਹੁੰਦਾ, ਸਾਰੇ ਸਾਈਨ ਵਗੈਰਾ ਵਾਲੇ ਸਾਰਾ ਰਿਟਰਨ ਉਹ ਕੀਤਾ ਹੁੰਦਾ, ਪਲੱਸ ਅਸੀਂ ਪ੍ਰੈਕਟੀਕਲ ਕੀਤਾ ਹੁੰਦਾ, 에ਅਰ ਬ੍ਰੇਕ ਦੀਆਂ ਵੀ ਕਲਾਸਾਂ ਲਾਈਆਂ ਹੁੰਦੀਆਂ ਹਨਾ। ਜੇ ਆਪਾਂ ਇਕੱਲਾ 에ਅਰ ਬ੍ਰੇਕ ਦਾ ਅੱਜ ਕਰਦੇ ਹਾਂ ਤੇ ਉਹ ਜਿਹੜਾ ਟੈਸਟ ਤਾਂ ਫੇਰ ਰਹਿ ਗਿਆ, ਉਹਦੇ ਲਈ ਸਾਨੂੰ ਦੁਬਾਰਾ ਐਫਰਟ ਉਹ ਕਰਨਾ ਪੈਣਾ ਜੀ, ਹਨਾ?
ਹਾਂਜੀ ਦੇਖੋ ਜੀ, ਜਿਹੜੀ ਫੀਡਬੈਕ ਆਪਾਂ ਨੂੰ ਜਿੰਨੀ ਕੁ ਜਿਹੜੀ ਕੰਸਲਟੇਸ਼ਨ ਹੋਈ ਆ ਰੇਡੀਓ ਰਾਹੀਂ ਵੀ ਜਾਂ ਜਿੰਨੇ ਵੀ ਲੋਕਾਂ ਦੀਆਂ ਕਾਲਾਂ ਆਉਂਦੀਆਂ ਸੀ ਜੀ, ਉਹ ਹਮੇਸ਼ਾ ਹੀ 에ਅਰ ਬ੍ਰੇਕ ਜਿਹੜੀ ਉਹਦੀ ਜ਼ਿਆਦਾ, ਕਿਉਂਕਿ ਲੋਕੀ ਕੰਪਲੇਂਟ ਕਰਦੇ ਸੀ ਕਿ 에ਅਰ ਬ੍ਰੇਕ ਦਾ ਟੈਸਟ ਜਿਹੜਾ ਜੀ ਪ੍ਰੈਕਟੀਕਲ ਟੈਸਟ ਹੈ ਤੁਸੀਂ ਕਹਿੰਦੇ ਵੀ ਉਹਦੀ ਕੰਪਲੇਂਟ ਜ਼ਿਆਦਾ ਸੀ, ਰਿਟਨ ਦੀ ਨਹੀਂ ਸੀ ਜ਼ਿਆਦਾ, ਵੀ ਰਿਟਨ ਦੇਣ ਲਈ ਤਾਂ ਉਹ ਇਹ ਵੀ ਹੁੰਦਾ ਰਿਟਨ ਹੀ ਹੈ ਜੀ, ਇਹ ਵੀ ਐਕਚੁਅਲੀ ਤਾਂ ਇਹ ਕੰਪਲੇਂਟ ਰਿਟਨ ਦੀ ਸੀਗੀ ਹੈ ਨਾ, ਸਾਰੇ ਰਿਟਨ ਦੀ ਸੀਗੀ। ਮਤਲਬ ਕਿ ਮੁੱਦਾ ਇਕੱਲਾ 에ਅਰ ਬ੍ਰੇਕ ਦਾ ਚੁੱਕ ਲਿਆ ਤੇ ਉਹਦੇ ਤੇ ਵਰਕ ਹੋ ਗਿਆ ਹੈ ਨਾ। ਜੇ ਅਸੀਂ ਇਹਦੇ ਤੇ ਤੁਸੀਂ ਬਹੁਤ ਵਧੀਆ ਕੀਤਾ, ਜਿਹੜਾ ਉਹ ਤੁਸੀਂ ਉਹ ਪ੍ਰੋਗਰਾਮ ਬਣਾਉਣਾ ਜਿਹਨੂੰ ਅਸੀਂ ਵਾਚ ਕਰਨਾ, ਉਹਦੇ ਵਿੱਚ ਹੀ ਇਹ ਵੀ ਪਾ ਦਿੱਤਾ ਜਾਵੇ ਤਾਂ ਕਿ ਅਸੀਂ ਸਾਰਾ ਉਹਦੇ ਤੇ ਕੰਪਲੀਟ ਕਰ ਲਈਏ, ਮੁੜ ਕੇ ਸਾਨੂੰ ਉਹਦੇ ਲਈ ਅਪਾਇੰਟਮੈਂਟ ਫੇਰ ਨਾ ਬਣਾਉਣੀ ਪਵੇ ਤੇ ਅਸੀਂ ਫੇਰ ਉਹ ਲਾਈਨਾਂ ਵਿੱਚ ਨਾ ਲੱਗੀਏ, ਆਪਣੀਆਂ ਦਿਹਾੜੀਆਂ ਨਾ ਬਣੀਏ। ਦੇਖੋ ਵੀਰ ਜੀ, ਉਹ ਤੁਸੀਂ ਆਪਣਾ ਹਾਂਜੀ ਕਰ ਸਕਦੇ ਆ। ਜਿਹੜਾ ਆਪਾਂ ਕਮੈਂਟ ਤਾਂ ਹੀ ਸ਼ੁਰੂ ਕੀਤੇ ਆ ਜੀ, ਉਹਦੇ ਵਿੱਚ ਤੁਸੀਂ ਕੋਈ ਵੀ ਸੁਝਾਅ ਹੈਗਾ ਦੇ ਸਕਦੇ ਆ। ਸੁਝਾਅ ਮੰਗ ਰਹੀ ਹੈ ਕਿਉਂਕਿ ਉਹ ਸਾਰਿਆਂ ਨੂੰ ਇਹ ਮਿਸ ਅੰਡਰਸਟੈਂਡਿੰਗ ਹੈ ਮੇਰੇ ਖਿਆਲ ਮੁਤਾਬਕ, ਕਿ ਜਦੋਂ ਆਪਾਂ ਕਹਿੰਦੇ ਕਿ 에ਅਰ ਬ੍ਰੇਕ ਦਾ ਜਿਹੜਾ ਟੈਸਟ ਹੈ ਉਹ ਖਤਮ ਹੋ ਜਾਊਗਾ, ਉਹਨਾਂ ਦੇ ਸਾਰਿਆਂ ਦਾ ਮੇਰੇ ਵੀ ਦਿਮਾਗ ਵਿੱਚ ਇਹ ਸੀਗੀ, ਕਿਉਂਕਿ ਕਿ ਇਕੱਲਾ ਉਹ ਸਾਰਾ ਹੋ ਜਾਣਾ। ਮੈਂ ਇਸੇ ਕਰਕੇ ਇਹਨੂੰ ਦੁਬਾਰਾ ਮੇਕ ਸ਼ੋਰ ਕਰਨਾ ਚਾਹੁੰਦਾ ਸੀ। ਆਪਾਂ ਇੱਕ ਵਾਰੀ ਆਪਾਂ ਇਹਦੇ ਤੇ ਦੇਖ ਲੈਂਦੇ ਜੀ, ਬਾਕੀ ਕਾਲਰਸ ਵੀ ਇਸ ਵੇਲੇ ਲਾਈਨਸ ਬਿਜ਼ੀ ਨੇ, ਆਪਾਂ ਦੇਖਦੇ ਹਾਂ ਉਹ ਕੀ ਕਹਿੰਦੇ ਆ। ਤੇ ਜੇ ਤੁਹਾਡੇ ਇਸ ਤਰ੍ਹਾਂ ਦੇ ਕੰਸਰਨਸ ਹੈਗੇ ਨੇ, ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜੀ, ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਜਿਹੜੇ ਵੀ ਇਲਾਕੇ 'ਚ ਰਹਿੰਦੇ ਹੋ, ਆਪਣੇ MPPs ਨੂੰ ਜਾ ਕੇ ਜ਼ਰੂਰ ਇਹਦੇ ਤੇ ਮਿਲੋ। ਅਮਰਜੋਤ ਸੰਧੂ ਹੋਰਾਂ ਨਾਲ ਵੀ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋਵੋਗੇ, ਅੱਗੇ ਚੱਲ ਕੇ ਆਪਾਂ ਨੰਬਰ ਵੀ ਸਾਂਝਾ ਕਰ ਦਿੰਦੇ ਹਾਂ। ਅਦਰਵਾਈਜ਼ ਕੀ ਹੈ ਕਿ ਜਿਹੜਾ ਇਹ ਕਮੈਂਟ ਸੈਕਸ਼ਨ ਦੇ ਵਿੱਚ ਪ੍ਰੋਪਰ ਜਿਹੜੀ ਤੁਸੀਂ ਆਪਣੇ ਵੱਲੋਂ ਫੀਡਬੈਕ ਹੈ, ਇਹੀ ਡਿਮਾਂਡ ਕੀਤੀ ਜਾ ਰਹੀ ਹੈ ਜੀ। 16 ਮਾਰਚ ਤੱਕ ਦਾ ਟਾਈਮ ਹੈ, ਇਸ ਲਈ ਉਹਨਾਂ ਨੂੰ ਹਰਜਿੰਦਰ ਜੀ ਮੈਂ ਅੱਜ ਉਹਦਾ ਕੰਪਲੀਟ ਕਰ ਦਿੱਤੀ ਸੀ ਉਹ ਕਮੈਂਟ ਬਾਕਸ ਵਿੱਚ। ਮੈਨੂੰ ਇਹ ਸੈਪਰੇਸ਼ਨ ਨਹੀਂ ਮੇਰੇ ਤੋਂ ਕਰ ਹੋਈ, ਮੈਂ ਦੁਬਾਰਾ ਵੀ ਚੱਲ ਕਰ ਦੂੰਗਾ ਉਹ, ਪਰ ਇਹ ਇੱਕ ਵਾਰੀ ਕਲੀਅਰ ਇਹ ਹੋ ਜਾ ਕਿ ਇਕੱਲਾ 에ਅਰ ਬ੍ਰੇਕਾਂ ਵਾਲਾ ਕੈਂਸਲ ਹੋਣਾ, ਬਾਕੀ ਆਪਾਂ ਇੱਕ ਵਾਰੀ ਅਮਰਜੋਤ ਇਸ ਚੀਜ਼ ਨੂੰ ਆਪਾਂ ਕਲੀਅਰ ਕਰ ਦਈਏ ਦੁਬਾਰਾ, ਇਸ ਤੋਂ ਪਹਿਲਾਂ ਕਿ ਆਪਾਂ ਅਗਲੀਆਂ ਕਾਲਸ ਲਈਏ। ਠੀਕ ਹੈ ਜੋਲ ਸਾਹਿਬ, ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਤੇ ਆਪਣੀਆਂ ਬਾਕੀ ਸਾਰੀਆਂ ਲਾਈਨਸ ਬਿਜ਼ੀ, ਆਪਾਂ ਇੱਕ ਵਾਰੀ ਉਹਨਾਂ ਦੇ ਵਿਚਾਰ ਵੀ ਸੁਣ ਲੈਣੇ। ਪਰ ਬਿਫੋਰ ਕਿ ਮੈਂ ਅਗਲੀ ਕਾਲ ਤੇ ਚੱਲਾਂ, ਅਮਰਜੋਤ ਭਾਈ ਇੱਕ ਵਾਰੀ ਬਰੀਫ ਕਰ ਦਿਓ ਵੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਕਿਹੜੀ ਚੀਜ਼ ਐਲੀਮੀਨੇਟ ਕੀਤੀ ਜਾਣੀ ਹੈ ਤੇ ਕਿਹੜੀ ਚੀਜ਼ ਅਜੇ ਰਹਿਣੀ ਹੈ? ਇਹ ਭਾਜੀ 에ਅਰ ਬ੍ਰੇਕ ਇੰਡੋਰਸਮੈਂਟ ਜਿਹੜਾ Z ਜਿਹੜਾ ਹੁੰਦਾ ਜੀ, ਜਿਹਨੂੰ ਆਪਾਂ AZ ਕਹਿੰਦੇ, Z ਜਿਹੜੀ ਹੁੰਦੀ ਹੈ 에ਅਰ ਬ੍ਰੇਕ ਇੰਡੋਰਸਮੈਂਟ ਦਾ, ਉਹਦੇ ਵਿੱਚ ਆਪਾਂ ਜਿਹੜਾ ਤੁਸੀਂ ਪੜ੍ਹੋਗੇ ਜੀ, ਉਹਦੇ ਵਿੱਚ ਲਿਖਿਆ ਜੀ ਕਰੰਟਲੀ ਜਿਹੜਾ ਕਿ ਕੋਈ ਵੀ ਜਿਹੜਾ ਡਰਾਈਵਰ ਹੈਗਾ ਉਹਨੂੰ ਉਹ ਲਾਇਸੈਂਸ ਅਬਟੇਨ ਕਰਨ ਦੇ ਲਈ ਹਰ 5 ਸਾਲ ਦੇ ਬਾਅਦ ਜਿਹੜਾ ਜੀ ਉਹਨੂੰ ਆਪਣਾ ਪ੍ਰੈਕਟੀਕਲ ਟੈਸਟ ਜਿਹੜਾ ਨੌਲੇਜ ਤੇ ਪ੍ਰੈਕਟੀਕਲ ਟੈਸਟ ਜਿਹੜਾ ਦੇਣਾ ਪੈਂਦਾ ਵਾ ਜੀ। ਸੋ ਇਹ ਜਿਹੜਾ ਜੀ ਇਹਨੂੰ ਆਪਣਾ ਹੁਣ ਆਪਾਂ ਇਹਨੂੰ ਇਹਨੂੰ ਐਲੀਮੀਨੇਟ ਕਰਨ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ 에ਅਰ ਬ੍ਰੇਕ ਰਿਨਿਊਅਲ ਦਾ ਜਿਹੜਾ ਪ੍ਰੈਕਟੀਕਲ ਤੇ ਨੌਲੇਜ ਟੈਸਟ ਹੁੰਦਾ ਜੀ, ਇਹਨੂੰ ਐਲੀਮੀਨੇਟ ਕੀਤਾ ਜਾਵੇ। ਸੋ ਇਹਦੇ ਬਾਰੇ ਜਿਹੜਾ ਜੀ ਆਪਾਂ ਜਿਹੜੀ ਗਵਰਨਮੈਂਟ ਜਿਹੜੀ ਹੈਗੀ ਜੀ ਕਮੈਂਟਸ ਲੈ ਰਹੇ ਆ। ਸੋ ਜੇ ਪਰ ਕਿਸੇ ਤੁਹਾਡੇ ਲਿਸਨਰ ਦੀ ਲੱਗਦਾ ਕਿ ਜਾਂ ਹਾਂਜੀ ਨੇ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ, ਤੁਸੀਂ ਡੈਫੀਨੇਟਲੀ ਆਪਣੇ ਜਿਹੜੇ ਕਮੈਂਟ ਆ ਉਹਦੇ ਵਿੱਚ ਤੁਸੀਂ ਸਬਮਿਟ ਕਰ ਸਕਦੇ ਹੋ, ਕਿਉਂਕਿ ਡਿਸੀਜਨ ਤਾਂ ਹੀ ਮਿਨਿਸਟਰੀ ਨੇ ਲੈਣਾ ਜੇ ਉਹਦੇ ਵਿੱਚ ਕਮੈਂਟ ਜਿਹੜੇ ਵੀ ਆਉਣਗੇ, ਤੁਹਾਡੀ ਫੀਡਬੈਕ ਆਊਗੀ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀ। ਆਪਾਂ ਦੇਖਦੇ ਹਾਂ ਨੈਕਸਟ ਕਾਲਰ 6463 ਨੰਬਰ, ਫਿਰ ਉਸ ਤੋਂ ਬਾਅਦ 2238। ਹਾਂਜੀ 6463 ਤੁਸੀਂ ਆਉਂਦੀ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ ਹੈ ਭਾਜੀ? ਮੇਰਾ ਨਾਮ ਸਰਬਜੀਤ। ਹਾਂਜੀ ਸਰਬਜੀਤ ਭਾਈ, ਸੌਰੀ। ਹਾਂਜੀ ਭਾਜੀ ਫਿਰ ਇਹ ਹੈਗਾ ਆ, ਕਿਉਂਕਿ ਜੇ ਤੁਸੀਂ 2 ਟੈਸਟ ਦੇਣੇ ਹੀ ਆ ਤਾਂ ਤੀਜਾ ਵੀ ਤਾਂ ਫਿਰ ਉੱਥੇ ਬੈਠਣਾ, ਫਿਰ 1 ਘੰਟਾ ਉੱਥੇ ਲਾ ਕੇ ਫਿਰ 15 ਮਿੰਟ ਬੰਦਾ ਉਹਦਾ ਵੀ ਦੇ ਦੂਗਾ ਪੜ੍ਹ ਕੇ, ਉਹ ਤਾਂ ਕੋਈ ਬੜੀ ਟੈਨਸ਼ਨ ਵਾਲੀ ਗੱਲ ਹੈ। ਜੇ ਬੰਦੇ ਨੇ ਉਹਨਾਂ ਟਾਈਮ ਹੀ ਖਰਾਬ ਕਰਨਾ, ਲੋਕ ਟਾਈਮ ਖਰਾਬ ਕਰਨ ਤੋਂ ਹੀ ਕਹਿੰਦੇ ਸੀਗੇ ਤੇ ਉੱਥੇ ਸਾਡਾ ਟਾਈਮ ਖਰਾਬ ਹੁੰਦਾ। ਜੇ ਅਸੀਂ 2 ਟੈਸਟ ਦੇਣ ਲਈ ਉਹਨਾਂ ਲਾਈਨਾਂ 'ਚ ਜਾ ਕੇ ਫੇਰ ਲਾ ਕੇ ਉਹਨਾਂ ਹੀ ਟਾਈਮ ਖਰਾਬ ਕਰਨਾ, ਜੇ ਅਸੀਂ ਉੱਥੇ ਸਾਈਨਾਂ ਦਾ ਤੇ ਰੂਲਾਂ ਦਾ ਜਿਹੜਾ ਉਹ ਦਵਾਂਗੇ ਤੇ ਫਿਰ ਉਹ ਤੀਸਰਾ ਵੀ ਉੱਥੇ ਬਹਿ ਕੇ ਦੇ ਦੂਗਾ ਬੰਦਾ, ਫੇਰ ਕੀ ਟੈਨਸ਼ਨ ਹੈ। ਹਾਂਜੀ ਅਮਰਜੋਤ ਜੀ, ਕੀ ਥਾਟ ਨੇ ਤੁਹਾਡੇ ਇਹਦੇ ਤੇ? ਦੇਖੋ ਜੀ ਭਾਈ, ਤੁਹਾਨੂੰ ਲਾਇਸੈਂਸ ਰਿਨਿਊ ਕਰਾਉਣ ਨੂੰ ਫਿਰ ਵੀ ਲਾਈਨ 'ਚ ਲੱਗਣਾ ਹੀ ਪੈਣਾ ਜੀ। ਹਰ 5 ਸਾਲ ਦੇ ਬਾਅਦ ਜਿੱਦਾਂ ਮੈਂ ਕਿਹਾ ਕਿ ਲਾਇਸੈਂਸ ਤੁਸੀਂ ਰਿਨਿਊ ਕਰਾਉਣਾ ਵਾ, ਤੁਹਾਨੂੰ ਉੱਥੇ ਜਾਣਾ ਹੀ ਪੈਣਾ ਵਾ। ਉਹਦੇ ਵਿੱਚ ਹਾਂਜੀ ਤੁਹਾਨੂੰ ਈਵਨ ਤੁਸੀਂ ਜੇ ਭਾਜੀ ਕਾਰ ਦਾ ਲਾਇਸੈਂਸ ਰਿਨਿਊ ਕਰਾਉਣੇ, ਉਹ ਵੀ ਤੁਹਾਨੂੰ ਜਾ ਕੇ ਲਾਈਨ 'ਚ ਲੱਗਣਾ ਪੈਂਦਾ 5 ਸਾਲ ਬਾਅਦ। ਹਾਂਜੀ ਸੋ ਤੁਸੀਂ ਉਹਦੇ ਵਿੱਚ ਵਿਜ਼ਨ ਟੈਸਟ ਹੁੰਦਾ ਹਰਜਿੰਦਰ ਭਾਈ, ਤੁਹਾਡੀਆਂ ਆਈ ਟੈਸਟ ਕਰਦੇ ਆ, ਹੋਰ ਵੀ ਉਹਨਾਂ ਦੇ ਕੁਐਸਚਨ ਜਿਹੜਾ ਹੁੰਦਾ ਜੀ, ਤੁਹਾਡਾ ਮੈਡੀਕਲ ਹੁੰਦਾ। ਸੋ ਉਹ ਚੀਜ਼ਾਂ ਸਾਰੀਆਂ ਤੁਹਾਨੂੰ ਅਪਡੇਟ ਕਰਨੀਆਂ ਪੈਂਦੀਆਂ ਸਿਸਟਮ ਦੇ ਵਿੱਚ, ਕਿਉਂਕਿ ਮੈਡੀਕਲ ਕਈ ਵਾਰ ਬੰਦੇ ਦੀ ਕੰਡੀਸ਼ਨ ਹੁੰਦੀ ਆ 5 ਸਾਲ ਬਾਅਦ ਚੇਂਜ ਹੋ ਜਾਂਦੀ ਆ। ਸੋ ਉਹ ਤੁਹਾਨੂੰ ਸਾਰਾ ਕੁਛ ਉੱਥੇ ਲਾਈਨ 'ਚ ਤੁਹਾਨੂੰ ਦੁਬਾਰਾ ਲੱਗਣਾ ਹੀ ਪੈਣਾ ਜਾ ਕੇ ਜੀ। ਉਹ ਪਰ ਲੋਕਾਂ ਦੀ ਭਾਜੀ ਮੇਨ ਜਿਹੜੀ ਹੈਗੀ ਸੀ ਪ੍ਰੋਬਲਮ ਕਿ ਜਿੱਦਾਂ ਕਈ ਤਾਂ ਲੋਕ ਜਿੱਦਾਂ ਭਰਾ ਜਾਂਦੇ ਸਿੱਧੇ ਜੀ, ਉਹ ਆਪਣਾ ਜਾ ਕੇ ਠੀਕ ਹੈ, ਉਹਨਾਂ ਨੂੰ ਨੌਲੇਜ ਹੈਗੀ ਆ, ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਆ, ਉਹ ਜਾ ਕੇ ਉੱਥੇ ਆਪਣਾ ਟੈਸਟ ਜਿਹੜਾ ਜੀ 10-15 ਮਿੰਟ ਬੈਠੇ, ਠੀਕ ਹੈ ਜੀ, ਆਪਣਾ ਟੈਸਟ ਕਲੀਅਰ ਕੀਤਾ ਤੇ ਆ ਗਏ, ਉਹਨਾਂ ਨੇ ਕਦੀ ਕੰਪਲੇਂਟ ਨਹੀਂ ਕੀਤੀ। ਪਰ ਮੈਜੋਰਟੀ ਲੋਕ ਜਿਹੜੇ ਹੈਗੇ ਜੀ, ਉਹਨਾਂ ਦਾ ਇਹ ਕਿ ਸਾਨੂੰ ਕਈ ਵਾਰ ਲੈਂਗੁਏਜ ਪ੍ਰੋਬਲਮ ਕਾਫੀ ਲੋਕਾਂ ਨੂੰ ਹੁੰਦੀ ਆ, ਉਹਦੇ ਵਿੱਚ ਉਹ ਕੁਐਸਚਨ ਵੀ ਕਈ ਵਾਰ ਘੁਮਾ ਫਰਾ ਕੇ ਪੁੱਛੇ ਹੁੰਦੇ ਆ। ਸੋ ਉਹਦੇ ਵਿੱਚ ਇਹ ਕਿ ਉਹਨਾਂ ਨੂੰ ਜਾ ਕੇ ਉੱਥੇ ਕਲਾਸਾਂ ਲਾਉਣੀਆਂ ਪੈਂਦੀਆਂ ਸੀ, ਦੁਬਾਰਾ ਕਲਾਸਾਂ ਲਾ ਕੇ ਹਫ਼ਤਾ ਕਈ ਵਾਰੀ ਜੇ ਤੁਹਾਡਾ ਅਨਫੋਰਚੂਨੇਟਲੀ ਟੈਸਟ ਨਹੀਂ ਪਾਸ ਹੁੰਦਾ ਪਹਿਲੀ ਵਾਰੀ, ਤੇ ਉਹ ਜਿਹੜਾ ਜੀ ਤੁਹਾਡਾ ਜਿਹੜਾ ਲਾਇਸੈਂਸ ਉਹਨੂੰ ਡੀਗ੍ਰੇਡ ਕਰ ਦਿੰਦੇ ਆ।
AZ ਤੋਂ ਸਿੱਧਾ A ਕਰ ਦਿੰਦੇ ਸੀ, ਸੋ ਉਹਦੇ ਕਰਕੇ ਲੋਕਾਂ ਨੂੰ ਫਿਰ 2-3 ਵੀਕ ਵੇਟ ਕਰਨੀ ਪਈ। ਰਾਈਟ। ਆਪਾਂ ਸਰਬਜੀਤ ਭਾਈ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਤੇ ਹੁਣ ਮੇਰੇ ਕੋਲ ਅਗਲੇ 5 ਕਾਲਰਸ ਨੇ ਜੀ, ਬਸ ਇਹੀ ਕਾਲਸ ਲੈ ਕੇ ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਤੇ ਇਸ ਤੋਂ ਅਗਲੀ ਕਾਲ ਹੈ ਜੀ 2238 ਨੰਬਰ, ਫਿਰ ਉਸ ਤੋਂ ਬਾਅਦ ਅਵਤਾਰ ਨਿੱਜਰ ਜੀ, ਹਰਮਨਦੀਪ ਤੇ ਲੀਡਰ ਇਲੈਕਟ੍ਰਿਕ ਸ਼ਾਇਦ, ਇਹ ਕਾਲਰਸ ਨੇ, ਬਸ ਇਹਨਾਂ ਨੂੰ ਹੀ ਔਨ ਏਅਰ ਕਰਾਂਗੇ ਜੀ। ਹਾਂਜੀ 2238 ਨੰਬਰ, ਤੁਸੀਂ ਆਉਂਦੇ ਰਹੋ ਜੀ। ਕੀ ਨਾਮ ਹੈ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ ਹੈ? ਮੇਰਾ ਨਾਮ ਸਤਵਿੰਦਰ ਹੈ ਜੀ। ਜੀ ਸਤਵਿੰਦਰ ਭਾਈ, ਤੁਸੀਂ ਕੀ ਸੋਚਦੇ ਹੋ ਇਸ ਪੁਆਇੰਟ ਤੇ? ਇਸ ਪੁਆਇੰਟ ਤੇ ਏਦਾਂ ਭਾਜੀ, ਹੁਣ ਜਿੱਦਾਂ ਮਤਲਬ 에ਅਰ ਬ੍ਰੇਕ ਦੀਆਂ ਹੁਣ ਕਲਾਸਾਂ ਲਾਉਣੀਆਂ ਪੈਂਦੀਆਂ, ਉਹਦਾ ਚਲੋ ਵਧੀਆ ਕਲਾਸਾਂ ਲਾਉਣੀਆਂ ਬੰਦ ਹੋ ਜਾਣਗੀਆਂ। ਜੇ ਸਿੱਧਾ ਹੀ ਕਰ ਦਿੰਦੇ ਵੀ ਹਾਂ ਮੈਡੀਕਲ ਉਹਦਾ ਚੈੱਕ ਕਰਵਾਓ ਤੇ ਅੱਖਾਂ ਟੈਸਟ ਕਰਵਾ ਕੇ ਉਸ ਤੋਂ ਬਾਅਦ ਲਾਇਸੈਂਸ ਨਹੀਂ ਹੋ ਜਾਂਦਾ, ਜਿਵੇਂ ਹੁਣ ਚਲਾਉਂਦੇ ਤਾਂ 5-5, 7-7, 10-10 ਸਭ ਨੂੰ ਹੋ ਗਏ। ਹਾਂਜੀ। ਤੇ ਇਹ ਹੁਣ ਮੇਰਾ ਮੂਹਰੇ ਹੁਣ ਨਿਊ ਹੋਣ ਵਾਲਾ ਜੀ, ਇਹਦੇ ਲਈ ਮੈਂ ਪੁੱਛਣਾ ਜੀ ਅਮਨ ਭਾਜੀ ਨੂੰ ਵੀ ਮੈਨੂੰ ਹੁਣ ਕਿਹੜੇ ਟੈਸਟ ਕਰਨੇ ਪੈਣੇ ਆ, ਕਲਾਸਾਂ ਲਾਉਣੀਆਂ ਪੈਣੀਆਂ 에ਅਰ ਬ੍ਰੇਕ ਦੀਆਂ? ਸੋ ਅਜੇ ਤਾਂ ਹਾਲ ਦੀ ਘੜੀ ਤਾਂ ਕਰਨਾ ਹੀ ਪੈਣਾ ਜੀ, ਕਿਉਂਕਿ ਅਜੇ ਤਾਂ ਇਹ ਚੀਜ਼ ਤਾਂ ਅਜੇ ਤਾਂ ਐਕਟਿਵਲੀ ਜਿੱਦਾਂ ਚੱਲ ਰਹੀ ਹੈ ਉੱਦਾਂ ਹੀ ਚੱਲ ਰਹੀ ਹੈ ਜੀ। ਠੀਕ ਹੈ, ਕਿਉਂਕਿ ਇਹ ਤਾਂ ਅਜੇ ਸਿਰਫ ਇੱਕ ਬਿੱਲ ਲੈ ਕੇ ਆਏ ਨੇ ਜਿਹਦੇ ਲਈ ਫਿਊਚਰ ਦੇ ਲਈ ਆਪਸ਼ਨਸ ਨੇ। ਠੀਕ ਹੈ ਭਾਜੀ, ਓਕੇ ਭਾਈ, ਲਾਗੂ ਨਹੀਂ ਹੋਇਆ। ਠੀਕ ਹੈ। ਹਾਂਜੀ ਅਮਰਜੋਤ, ਤੁਸੀਂ ਕਮੈਂਟ ਕਰ ਦਿਓ ਕੁਇਕਲੀ ਇੱਕ ਵਾਰੀ। ਬਿਲਕੁਲ ਭਾਜੀ, 16 ਮਾਰਚ ਤੱਕ ਆਪਾਂ ਰਿਵਿਊ ਲੈ ਰਹੇ ਹਾਂ ਜੀ। ਰਿਵਿਊ ਲੈਣ ਤੋਂ ਬਾਅਦ ਕਾਮੈਂਟਸ ਜਿਹੜੇ ਆ ਮਿਨਿਸਟਰੀ ਉਹਨੂੰ ਰਿਵਿਊ ਕਰੂਗੀ, ਫਿਰ ਉਸ ਤੋਂ ਬਾਅਦ ਜਿਹੜਾ ਜੀ ਆਪਾਂ ਜਿੱਦਾਂ ਕਿਹਾ ਜੇ ਕਾਮੈਂਟ ਸਾਰੇ ਪੋਜ਼ਿਟਿਵ ਹੋਣਗੇ ਤੇ ਆਪਾਂ ਪਹਿਲਾ ਫੇਸ ਜਿਹੜਾ ਮੈਂ ਕਿਹਾ ਕਿ ਟੈਸਟ ਨੂੰ ਐਲੀਮੀਨੇਟ ਕਰਕੇ ਤੇ ਫਿਰ ਉਹਦੇ ਵਿੱਚ ਤੁਸੀਂ ਜਿਹੜੇ DCP ਆਰਗੇਨਾਈਜੇਸ਼ਨਸ ਹੈਗੀਆਂ ਵਾ, ਜਿਹੜੇ ਸੈਂਟਰ ਹੁੰਦੇ ਉੱਥੇ ਜਾ ਕੇ ਤੁਸੀਂ ਲਰਨਿੰਗ ਮੋਡਿਊਲ ਉੱਥੇ ਬਹਿ ਕੇ ਉਹਨਾਂ ਦੇ ਕੰਪਿਊਟਰ ਤੇ ਜਾਂ ਉਹ ਤੁਹਾਨੂੰ ਉੱਥੇ ਜਾਣਕਾਰੀ ਦੇਣਗੇ ਜੀ ਕਿ ਇੱਦਾਂ ਜਿੱਦਾਂ ਪਹਿਲਾਂ ਕਲਾਸ ਲੱਗਦੀ ਆ, ਉਹਨਾਂ ਦੀ ਕੋਈ ਆਪਣੀ ਨਾਰਮਲ ਫੀਸ ਜਿਹੜੀ ਲੈ ਕੇ ਤੇ ਤੁਸੀਂ ਬਸ ਟੈਸਟ ਪਾਸ ਫੇਲ ਵਾਲਾ ਕੋਈ ਕੰਮ ਨਹੀਂ ਹੋਊਗਾ ਜੀ। ਠੀਕ ਹੈ। ਅਗਲੇ ਕਾਲਰ ਸਾਡੇ ਅਵਤਾਰ ਨਿੱਜਰ ਜੀ ਨੇ। ਹਾਂਜੀ ਅਵਤਾਰ ਜੀ, ਬਰੀਫ ਰੱਖਿਓ ਜੀ ਪਲੀਜ਼। ਹਰਜਿੰਦਰ ਭਾਜੀ ਦੇ ਅਮਰਜੋਤ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਮਰਜੋਤ ਭਾਜੀ ਤੁਸੀਂ ਅਧੂਰੀ ਇਨਫੋਰਮੇਸ਼ਨ ਸਵੇਰ ਦੀ ਦੇ ਰਹੇ, ਬਿੱਲੀ ਥੈਲੇ ਜੋ ਅਸਲੀ ਬਾਹਰ ਹੁਣ ਨਿਕਲੀ ਆ, ਇਹ ਹਰਜਿੰਦਰ ਭਾਜੀ ਨੇ ਕੱਢੀ ਆ। ਗੱਲ ਏਦਾਂ ਸਾਰੇ ਬੰਦਿਆਂ ਨੂੰ ਭਾਜੀ ਕਨਫਿਊਜ਼ ਕੀਤਾ ਹੈ ਸਵੇਰ ਦਾ ਤੁਸੀਂ। ਪਹਿਲੀ ਗੱਲ ਤਾਂ ਜਦੋਂ ਅਸੀਂ ਕਾਰ ਦਾ ਰਿਨਿਊ ਕਰਾਉਣੇ ਭਾਜੀ, ਸਾਡਾ ਮੈਡੀਕਲ ਸਿਰਫ ਆਈ ਟੈਸਟ ਹੁੰਦਾ, ਨਾ ਕਿ ਹੋਰ ਕੁਛ ਸਾਡਾ ਮੈਡੀਕਲ ਹੁੰਦਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ G Media Group।